ਪਿਆਰ ਕਰਨ ਵਾਲੇ ਦੀਪ ਸਿੱਧੂ ਨੂੰ ਇੰਤਜ਼ਾਰ ਕਰ ਰਹੇ ਨੇ। ਦੀਪ ਸਿੱਧੂ ਦੀ ਉਡੀਕ ਹੋ ਰਹੀ ਆ। ਜੋ ਹਾਦਸਾ ਸਰੀਰਕ ਰੂਪ ਦੇ ਵਿੱਚ ਦੀਪ ਸਿੱਧੂ ਨੂੰ ਸਾਡੇ ਕੋਲੋਂ ਦੂਰ ਲੈ ਗਿਆ, ਉਸ ਹਾਦਸੇ ਤੋਂ ਬਾਅਦ ਅੱਜ ਸਵੇਰ ਹੋਈ ਆ। ਅੱਜ ਸਵੇਰ ਤੋਂ ਹੀ ਹਰ ਇੱਕ ਬੰਦਾ ਇੱਕ ਦੂਜੇ ਨੂੰ ਇਹ ਪੁੱਛ ਰਿਹਾ ਕਿ ਬਾਈ ਇਹ ਕੀ ਵਾਪਰਿਆ। ਕਿਸੇ ਨੇ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਦੀਪ ਸਿੱਧੂ ਸਾਡੇ ਤੋਂ ਵੱਖ ਹੋ ਜਾਊਗਾ। ਸਾਡੀ ਖੁਦ ਮੁਲਾਕਾਤ ਦੀਪ ਸਿੱਧੂ ਨਾਲ ਹੁੰਦੀ ਆ ਹਾਲੇ ਕੁਝ ਕੁ ਦਿਨ ਪਹਿਲਾਂ। ਇਮਾਨ ਸਿੰਘ ਮਾਨ ਦੀ ਕੰਪੇਨ ਦੇ ਲਈ ਦੀਪ ਸਿੱਧੂ ਪੰਜਾਬ ਆਉਂਦੇ ਨੇ। ਦੀਪ ਸਿੱਧੂ ਪੰਜਾਬ ਪਹੁੰਚਦੇ ਨੇ। ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਇਮਾਨ ਸਿੰਘ ਮਾਨ ਦੇ ਨਾਲ ਜਿਹੜੀ ਆ ਕੰਪੇਨਿੰਗ ਕਰਦੇ ਨੇ, ਸਮਝਾਉਣ ਦਾ ਯਤਨ ਕਰਦੇ ਨੇ ਕਿ ਸਰਕਾਰਾਂ ਦਾ ਕੰਮ ਕੀ ਹੁੰਦਾ। ਸਰਕਾਰਾਂ ਦਾ ਕੰਮ ਦੀਪ ਸਿੱਧੂ ਦਾ ਕਹਿਣਾ ਸੀ ਕਿ ਇਹ ਨਹੀਂ ਕਿ ਤੁਹਾਨੂੰ ਮੁਫਤ 'ਚ ਇਹ ਦੇ ਦਈਏ, ਤੁਹਾਨੂੰ ਅਸੀਂ ਆਹ ਬੈਨੀਫਿਟ ਦੇ ਦਾਂਗੇ। ਉਹ ਕਹਿੰਦੇ ਕਿ ਸਾਨੂੰ ਅਜਿਹੇ ਲੀਡਰ ਦੀ ਲੋੜ ਆ ਜਿਹੜਾ ਪੰਜਾਬ ਦੀ ਗੱਲ ਕਰੇ, ਪੰਜਾਬ ਨੂੰ ਪੰਜਾਬ 'ਚ ਰਹਿ ਕੇ ਚਲਾਵੇ, ਨਾ ਕਿ ਪੰਜਾਬ ਸੈਂਟਰ ਦੇ ਹਿਸਾਬ ਨਾਲ ਚੱਲੇ। ਉਹ ਆਵਾਜ਼, ਉਹ ਬੁਲੰਦ ਆਵਾਜ਼ ਅੱਜ ਸਾਡੇ ਵਿਚਕਾਰ ਨਹੀਂ ਹੈਗੀ। ਬਹੁਤ ਅਫਸੋਸ ਆ ਹਰ ਕਿਸੇ ਨੂੰ, ਪਰ ਕੁਦਰਤ ਦਾ ਭਾਣਾ, ਪਰਮਾਤਮਾ ਦੇ ਉਸ ਭਾਣੇ ਨੂੰ ਨਹੀਂ ਅਸੀਂ ਬਦਲ ਸਕਦੇ। ਪਰ ਹਾਂ, ਇੱਕ ਦਰਦ ਜਿਹੜਾ ਉਹ ਦਿਲ 'ਚੋਂ, ਸਾਡੇ ਮਨ 'ਚੋਂ ਉਬਾਲੇ ਜ਼ਰੂਰ ਮਾਰਦਾ। ਸੋ ਉਸੇ ਦਾ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਹੈ ਕਿ ਅੱਜ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੋ ਹੱਥਾਂ ਦੇ ਵਿੱਚ ਦੀਪ ਸਿੱਧੂ ਦੀ ਤਸਵੀਰ ਲੈ ਕੇ, ਦੀਪ ਸਿੱਧੂ ਦੀ ਯਾਦ ਲੈ ਕੇ ਉਡੀਕ ਰਹੇ ਨੇ ਦੁਰਾਹੇ ਦੇ ਕੋਲ ਆ। ਇਸ ਤੋਂ ਬਾਅਦ ਜਿਵੇਂ ਜੋ ਜਾਣਕਾਰੀ ਆ ਕਿ ਤਰੀਕੇ ਪਿੰਡ ਲੁਧਿਆਣੇ ਦੇ ਵਿੱਚ ਉੱਥੇ ਜਿਹੜਾ ਦੀਪ ਸਿੱਧੂ ਦਾ ਸੰਸਕਾਰ ਕੀਤਾ ਜਾਊਗਾ, ਪਰ ਅੱਜ ਦੀਪ ਸਿੱਧੂ ਸਾਡੇ ਵਿੱਚ ਨਹੀਂ। ਕੀ ਮਹਿਸੂਸ ਕਰ ਰਹੇ ਹੋ ਇਸ ਵੇਲੇ? ਕਿਉਂਕਿ ਹਰ ਇੱਕ ਬੰਦਾ ਜਿਹੜਾ ਆ ਉਹ ਇਹ ਸੋਚ ਰਿਹਾ ਯਾਰ ਇੰਨੀ ਛੇਤੀ ਦੀਪ ਸਿੱਧੂ ਸਾਡੇ 'ਚੋਂ ਚਲਾ ਗਿਆ। ਸਾਡੇ ਨੌਜਵਾਨਾਂ ਦਾ ਥੰਬ ਗਿਰ ਗਿਆ। ਥੰਬ ਇੱਕ ਜਿਹਨੇ ਇੱਕ ਪਲਟਾ ਲਿਆਂਦਾ ਨੌਜਵਾਨਾਂ ਦੇ ਜੋਸ਼ ਦੇ ਵਿੱਚ। ਅਮਰਗੜ੍ਹ ਤੋਂ ਸ਼ੁਰੂ ਕਰਕੇ ਉਹਨੇ ਨੌਜਵਾਨੀ ਪੰਜਾਬ ਦੇ ਵਿੱਚ 3 ਦਿਨਾਂ 'ਚ ਪੰਜਾਬ ਪਲਟ ਕੇ ਰੱਖਤਾ। ਸਾਰਾ ਜੰਗ ਸਾਡਾ ਇਹ ਮੁੰਡਾ ਨਾਲ ਲੱਗ ਗਿਆ। ਬਹੁਤ ਦੁੱਖ ਆ ਸਾਡਾ ਨੌਜਵਾਨ ਹੋਣਹਾਰ ਜਿਹਨੇ ਪੰਜਾਬ ਦੀ ਕਮਾਨ ਸੰਭਾਲ ਲਈ ਸੀ, ਅੱਜ ਉਹ ਸਾਨੂੰ ਵਿਛੋੜਾ ਦੇ ਗਿਆ। ਅਸੀਂ ਨਿੱਸਾ ਜ਼ਿੰਦਗੀ ਨੂੰ ਭੁਲਾ ਨਹੀਂ ਸਕਦੇ। ਮੈਂ ਕੌਮ ਨੂੰ ਜੰਗ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਉਹਦੀ ਆਵਾਜ਼ ਬੁਲੰਦ ਰੱਖਣ ਵਾਸਤੇ ਉਹਦੀ ਸੋਚ 'ਤੇ ਪੈਰਾ ਦੇ ਦਿਓ। ਉਹਦੀ ਜ਼ਮੀਰ ਸਾਰੀ ਜ਼ਿੰਦਗੀ ਅਸੀਂ ਜਾਗਦੀ ਰੱਖੀਏ। ਉਹਨੂੰ ਅਸੀਂ ਭੁਲਾ ਨਹੀਂ ਸਕਦੇ। ਤਾਂ ਜ਼ਿੰਦਗੀ ਉਹ ਇੱਕ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਕੰਮ ਕਰਕੇ ਦਿੱਲੀ ਦੇ ਵਿੱਚ ਵੀ ਉਹਨੇ ਮੋਰਚਾ ਫਤਿਹ ਕੀਤਾ, ਪੰਜਾਬ ਦੇ ਵਿੱਚ ਵੀ ਆ ਕੇ 3 ਦਿਨਾਂ ਵਿੱਚ ਮੋਰਚਾ ਫਤਿਹ ਕਰਕੇ ਉਹਨੂੰ ਦਿਖਾਤਾ, ਯੂਥ ਹਿਲਾ ਕੇ ਰੱਖਤਾ। ਆ ਸਾਡਾ ਨੌਜਵਾਨ ਹੋਰ ਸਾਨੂੰ ਵਿਛੋੜਾ ਦੇ ਗਿਆ। ਤਾਂ ਜ਼ਿੰਦਗੀ ਅਸੀਂ ਭੁਲਾ ਨਹੀਂ ਸਕਦੇ ਉਸ ਨੌਜਵਾਨ ਨੂੰ। ਉਹਦੇ ਸੰਦੇਸ਼ਾਂ ਦੇ ਉੱਤੇ ਸਾਡਾ ਯੂਥ ਆ ਪਹਿਰਾ ਦਿੰਦਾ ਰਹੂਗਾ। ਅੱਜ ਬਹੁਤ ਸਾਨੂੰ ਲੋਸ ਹੋ ਗਿਆ, ਬਹੁਤ ਵੱਡਾ ਘਾਟਾ ਪੈ ਗਿਆ ਸਾਨੂੰ, ਬਹੁਤ ਵੱਡਾ ਘਾਟਾ ਵਾਕਈ। ਪਰ ਇੱਕ ਦੀਪ ਸਿੱਧੂ ਨੇ ਨਾ ਛੋਟਾ ਸਫ਼ਰ ਜਿਹੜਾ ਕੀਤਾ ਉਹਦੇ 'ਚ ਬਹੁਤ ਕੁਝ ਦੇਤਾ। ਅਸੀਂ ਤਾਂ ਉਮਰ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਜਿਹੜੇ ਆ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੋਲ ਨਹੀਂ ਸੁਣ ਪਾਉਂਦੇ। ਪਰ ਦੀਪ ਸਿੱਧੂ ਜੋ ਹਮੇਸ਼ਾ ਕਹਿੰਦੇ ਸੀਗੇ ਕਿ ਸਾਡੇ ਅਚੇਤ ਮਨ ਦੇ ਵਿੱਚ ਬਹੁਤ ਕੁਝ ਪਿਆ, ਤਾਈਓ ਕਹਿੰਦੇ ਤੁਸੀਂ ਮੈਨੂੰ ਸੁਣਦੇ ਹੋ। ਬਹੁਤ ਵਾਰੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਉੱਪਰੋਂ ਲੰਘ ਜਾਂਦੀਆਂ ਕਿ ਨਹੀਂ ਯਾਰ ਗੱਲਬਾਤ ਕੀ ਚੱਲ ਰਹੀ ਆ। ਪਰ ਹੁਣ ਸਭ ਨੂੰ ਇਹ ਚੀਜ਼ ਜਿਹੜੀ ਆ, ਇਹ ਘਾਟਾ ਜਿਹੜਾ ਆ ਉਹ ਮਹਿਸੂਸ ਹਮੇਸ਼ਾ ਹੋਣਾ। ਪਰ ਜਿੱਦਾਂ ਭਾਈ ਸਾਹਿਬ ਹੋਰਾਂ ਨੇ ਆਖਿਆ ਸੀ ਨਾ ਕਿ ਸਾਨੂੰ ਉਹ ਕੀ ਕਹਿੰਦੇ ਆ ਕਿ ਉਹ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਆ, ਉਸ ਸੋਚ ਨੂੰ, ਉਸ ਜਜ਼ਬੇ ਨੂੰ ਸੰਭਾਲਣ ਦੀ ਲੋੜ ਆ। ਕੀ ਕਹੋਗੇ? ਬਸ ਜੀ, ਅਸੀਂ ਤਾਂ ਬੜੇ ਦੁਖੀ ਮਨ ਦੇ ਨਾਲ ਕਹਿ ਰਹੇ ਹਾਂ। ਸਾਡਾ ਇੱਕ ਆਉਣ ਵਾਲਾ, ਸਾਡੇ ਪੰਜਾਬ ਨੂੰ, ਸਾਡੀ ਸਿੱਖ ਕੌਮ ਨੂੰ ਸਾਂਭਣ ਵਾਲਾ ਯੋਧਾ ਸਾਡੇ ਕੋਲੋਂ ਵਿਛੜ ਗਿਆ। ਇਹ ਜਿਹੜਾ ਘਾਟਾ ਇਹ ਪੂਰਾ ਨਹੀਂ ਹੋ ਸਕਦਾ। ਅੱਗੋਂ ਵਾਸਤੇ ਇਹੀ ਕਹਿੰਦੇ ਜਿਹੜੇ ਨੌਜਵਾਨ ਨੇ ਉਹਦੀ ਸੋਚ ਨੂੰ ਲੈ ਕੇ ਅੱਗੇ ਤੁਰਨ। ਵਾਹਿਗੁਰੂ। ਤੁਸੀਂ ਬਾਈ ਜੀ ਕਿਹੜੀ ਥਾਂ ਤੋਂ ਆਏ ਹੋ? ਅਸੀਂ ਵੀਰ ਜੀ, ਸਾਡਾ ਪਿੰਡ ਧੰਦੀ ਵਾਲਾ, ਜ਼ਿਲ੍ਹਾ ਸੰਗਰੂਰ ਆ। ਸੰਗਰੂਰ ਤੋਂ ਆਇਆ ਜੀ। ਜਦੋਂ ਸਾਨੂੰ ਪਤਾ ਲੱਗਿਆ ਬਹੁਤ ਜ਼ਿਆਦਾ ਦੁੱਖ ਹੋਇਆ। ਬਸ ਇੱਕ ਯਕੀਨ ਜਿਹਾ ਨਹੀਂ ਆਉਂਦਾ ਵੀ ਬਾਈ ਦੀਪ ਸਿੱਧੂ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ। ਬਹੁਤ ਜ਼ਿਆਦਾ ਵੀਰੇ ਦੁੱਖ ਲੱਗਿਆ ਸੁਣ ਕੇ। ਦੀਪ ਸਿੱਧੂ ਦੇ ਇੰਤਜ਼ਾਰ ਦੇ ਵਿੱਚ ਸੰਗਤ ਜਿਹੜੀ ਆ ਇਸ ਵੇਲੇ ਸੜਕਾਂ ਦੇ ਉੱਤੇ ਇੰਤਜ਼ਾਰ ਕੀਤਾ ਜਾ ਰਿਹਾ ਉਸ ਆਪਣੇ ਭਰਾ ਦਾ, ਉਸ ਹੀਰੇ ਦਾ। ਦੀਪ ਸਿੱਧੂ ਸਰੀਰਕ ਰੂਪ ਦੇ ਵਿੱਚ ਸਾਡੇ ਵਿੱਚ ਅੱਜ ਨਹੀਂ ਹੈਗਾ। ਇਸ ਵੇਲੇ ਦੁਰਾਹੇ ਕੋਲ ਮੌਜੂਦ ਆ।
ਕਾਫਲਾ ਜਿਹੜਾ ਆ, ਜੋ ਦੀਪ ਸਿੱਧੂ ਦੀ ਡੈੱਡ ਬਾਡੀ, ਮ੍ਰਿਤਕ ਦੇਹ ਜਿਹੜੀ, ਉਹ ਇਸ ਵੇਲੇ ਪੰਜਾਬ 'ਚ ਦਾਖਲ ਹੋ ਚੁੱਕੀ ਆ। ਕੁਝ ਕੁ ਸਮੇਂ ਤੱਕ ਜਿਹੜਾ ਆ ਇੱਥੇ ਪਹੁੰਚਣਾ। ਸੋ ਇੱਥੇ ਸੈਂਕੜਾਂ ਦੇ ਹਿਸਾਬ ਨਾਲ ਨੌਜਵਾਨ ਜਿਹੜੇ ਨੇ ਦੀਪ ਸਿੱਧੂ ਨੂੰ ਮੁਹੱਬਤ ਕਰਨ ਵਾਲੇ, ਉਹ ਪਹੁੰਚੇ ਹੋਏ ਨੇ, ਦਰਸ਼ਨਾਂ ਦੇ ਲਈ ਪਹੁੰਚੇ ਹੋਏ ਨੇ, ਉਸ ਸੋਚ ਨੂੰ ਜਾਗਦਾ ਰੱਖਣ ਦੇ ਲਈ, ਉਸ ਸੋਚ ਦੇ ਉੱਤੇ ਪਹਿਰਾ ਦੇਣ ਦੇ ਲਈ, ਆਪਣੇ ਉਸ ਕੌਮ ਦੀ ਗੱਲ ਕਰਨ ਵਾਲੇ ਹੀਰੇ ਦੇ ਕੀਤੇ ਹੋਏ ਬੋਲਾਂ ਨੂੰ ਪਗਾਉਣ ਦੇ ਲਈ ਮੈਂ ਕਹੂੰਗਾ ਦੀਪ ਸਿੱਧੂ ਨੂੰ ਪਿਆਰ ਕਰਨ ਵਾਲਾ ਅੱਜ ਹਰ ਇੱਕ ਬੰਦਾ ਜਿਹੜਾ ਆ ਉਹ ਉਦਾਸ ਹੈ, ਭਰੇ ਮਨ ਦੇ ਨਾਲ ਬੈਠਾ ਆ ਕਿ ਇਹ ਕੀ ਭਾਣਾ ਜਿਹੜਾ ਆ ਉਹ ਵਾਪਰ ਗਿਆ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਮਾਮ ਆਗੂ ਜਿਹੜੇ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ। ਭਾਈ ਅੰਮ੍ਰਿਤਪਾਲ ਸਿੰਘ ਛੰਦੜਾ, ਉਹ ਪਰਿਵਾਰ ਜਿਨ੍ਹਾਂ ਨੇ ਉਸ ਸ਼ਹਾਦਤ ਦੇ ਵਕਤ ਨੂੰ ਹੰਢਾਇਆ, ਚੋਣ ਵੀ ਲੜ ਰਹੇ ਨੇ, ਸਾਡੇ ਨਾਲ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹ ਖਾਲਸਾ ਜੀ ਫਤਿਹ ਜੀ। ਦੀਪ ਸਿੱਧੂ ਕੱਲ ਤੱਕ ਸਾਡੇ ਵਿੱਚ ਪ੍ਰਚਾਰ ਵੀ ਸੰਗਤ ਨੂੰ ਜਗਾਉਣ ਦਾ ਯਤਨ ਕਰ ਰਿਹਾ, ਅੱਜ ਦੀਪ ਸਿੱਧੂ ਸਰੀਰਕ ਰੂਪ 'ਚ ਸਾਡੇ ਵਿੱਚ ਨਹੀਂ। ਇਸ ਮੌਕੇ ਕੀ ਤੁਸੀਂ ਕੀ ਕਹੋਗੇ ਸੰਗਤ ਨੂੰ? ਬਹੁਤ ਮਾੜਾ ਜਿਹੜਾ ਹਾਦਸਾ ਸਾਰੀ ਸਿੱਖ ਕੌਮ ਲਈ ਮੈਂ ਮੰਨੂਗਾ ਵੀ ਇਹ ਹੋਇਆ, ਕਿਉਂਕਿ ਬਹੁਤ ਨੌਜਵਾਨੀ ਜਿਹੜੀ ਸੀਗੀ ਉਹ ਜਾਗ ਚੁੱਕੀ ਸੀ ਵੀਰ ਦੀਆਂ ਸਪੀਚਾਂ ਦੇ, ਵੀਰ ਦੇ ਨਾਲ ਪਿੱਛੇ ਲੱਗ ਕੇ ਜਿਹੜੇ ਬਹੁਤ ਪ੍ਰਭਾਵਿਤ ਹੋਏ ਸੀ ਸੰਤਾਂ ਤੋਂ। ਤੇ ਬਹੁਤ ਜਿਹੜੀ ਨੌਜਵਾਨੀ ਸੀਗੀ ਇਸ ਵਾਰ ਮਾਨ ਸਾਹਿਬ ਦੇ ਉੱਥੇ ਯਾਰ 3 ਦਿਨ ਜਿਹੜਾ ਉਹਨਾਂ ਨੇ ਡੋਰ ਟੂ ਡੋਰ ਕਢਾਇਆ ਤੇ ਆਪਣੇ ਜਲਸੇ ਕੱਢੇ ਆ, ਉਹਦੇ ਵਿੱਚ ਨੌਜਵਾਨੀ ਜਿਹੜੀ ਸੀਗੀ ਪਿੰਡਾਂ 'ਚੋਂ ਤੁਰ ਪਈ ਸੀ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀਗਾ ਸਾਡੀ ਕੰਪੇਨ ਦੇ ਵਿੱਚ ਦੀਪ ਸਿੱਧੂ ਵੀਰ ਦਾ। ਤੇ ਇੱਕੋ ਦਮ ਰਾਤੀ ਅਸੀਂ ਬੈਠੇ ਸੀਗੇ ਤੇ ਮੇਰੇ ਨਾਲ ਹਰਨੇਕ ਸਿੰਘ ਫੌਜੀ ਸੀਗੇ ਜਿਹੜੇ ਦੀਪ ਸਿੱਧੂ ਵੀਰ ਨਾਲ ਹੁੰਦੇ ਆ, ਤੇ ਉਹਨਾਂ ਨੇ ਜਦੋਂ ਦੱਸਿਆ ਵੀ ਵੀਰ ਵੀ ਆਹ ਗੱਲਬਾਤ ਹੋ ਗਈ ਤੇ ਮੈਨੂੰ ਬਹੁਤ ਝਟਕਾ ਲੱਗਿਆ ਤੇ ਅਸੀਂ ਨਾਲ ਗੱਡੀਆਂ ਚੱਕ ਕੇ ਦਿੱਲੀ ਵੱਲ ਨੂੰ ਚਲੇ ਗਏ ਤੇ ਉੱਥੇ ਹਸਪੀਟਲ ਜਾ ਕੇ ਦੇਖਿਆ। ਤੇ ਚਲੋ ਜੋ ਗੁਰੂ ਸਾਹਿਬ ਦਾ ਭਾਣਾ ਜਿਹੜਾ ਸੀਗਾ ਉਹ ਭਾਣੇ 'ਚ ਰਹਿਣਾ ਪੈਣਾ ਸੀ। ਤੇ ਫਿਰ ਅਸੀਂ ਇੱਥੇ ਜਿਹੜੀ ਹੁਣ ਤਿਆਰੀਆਂ ਕਰ ਰਹੇ ਹਾਂ ਵੀ ਵੀਰ ਦਾ ਵੀ ਜਿਹੜਾ ਸਵਾਗਤ ਆ, ਵੀ ਜੋ ਲਾਸਟ ਜਿਹੜੀ ਉਹਨਾਂ ਨੂੰ ਟ੍ਰਿਬਿਊਟ ਆ, ਵੀ ਅਸੀਂ ਇਹੀ ਦੇ ਸਕਦੇ ਹਾਂ ਵੀ ਜਿਹੜੀ ਨੌਜਵਾਨੀ ਨੂੰ ਉਹਨਾਂ ਨੇ ਜਗਾਇਆ, ਅੱਜ ਉਹ ਨੌਜਵਾਨੀ ਤੁਹਾਡੇ ਸਾਹਮਣੇ ਉਹਨਾਂ ਦੀ ਵੇਟ ਕਰ ਰਹੀ ਆ, ਉਹਨਾਂ ਨੂੰ ਦੇਖ ਰਹੀ ਆ ਵੀ ਕਦੋਂ ਆਉਣਗੇ ਤੇ ਉਹਨਾਂ ਦਾ ਸਾਥ ਦਈਏ ਆਖਰੀ ਟਾਈਮ ਦੇ ਵਿੱਚ ਤੱਕ। ਤੇ ਉਹਨਾਂ ਨੂੰ ਇਹ ਨਹੀਂ ਹੋਊਗਾ ਵੀ ਜਿਹੜੀ ਮੇਰੇ ਨੌਜਵਾਨੀ ਨੂੰ ਜਗਾ ਕੇ ਗਿਆ ਤੇ ਉਹ ਦੁਬਾਰਾ ਸੋ ਗਈ ਆ, ਤੁਹਾਡੇ ਸਾਹਮਣੇ ਖੜੀ ਆ ਜੀ। ਇੱਕ ਨਾ ਵੀਡੀਓ ਬਹੁਤ ਵਾਇਰਲ ਹੋ ਰਹੀ ਆ, ਹੁਣ ਦਿਖਾ ਵੀ ਰਹੇ ਨੇ, ਬਹੁਤ ਸਾਰੇ ਚੈਨਲਸ ਤੇ ਵੀ ਚੱਲ ਰਹੀ ਹੈ। ਦੀਪ ਸਿੱਧੂ ਖੁਦ ਕਹਿ ਰਹੇ ਨੇ ਕਿ ਯਾਰ ਤੁਸੀਂ ਨਾ ਹੱਕਾਂ ਲਈ ਨਹੀਂ ਲੜਦੇ, ਮਤਲਬ ਜਿਵੇਂ ਕਿਸੇ ਨਾਲ ਗਿਲਾ ਹੁੰਦਾ ਹੈ ਆਪਣੇ ਲੋਕਾਂ ਨਾਲ ਹੀ, ਕਿ ਤੁਸੀਂ ਬਾਅਦ 'ਚ ਬਰਸੀਆਂ ਬਹੁਤ ਮਨਾਉਂਦੇ ਹੋ। ਮਤਲਬ ਜਿੱਦਾਂ ਹੁਣ ਤੁਸੀਂ ਨੇ ਗੱਲ ਕੀਤੀ ਕਿ ਅਮਰਗੜ੍ਹ ਪ੍ਰਚਾਰ ਕੀਤਾ, ਬਹੁਤ ਨੌਜਵਾਨੀ ਜਾਗੀ। ਸੋ ਮਤਲਬ ਤੁਹਾਨੂੰ ਲੱਗਦਾ ਵੀ ਹੈ ਨਾ ਕਿ ਫਰਕ ਜਿਹੜਾ ਆ ਉਹ ਜ਼ਮੀਨ ਤੇ ਬਹੁਤ ਪਿਆ, ਮਤਲਬ ਲੋਕਾਂ 'ਚ ਦਿਖਿਆ ਹੁਣ, ਤਾਈਓ ਅੱਜ ਜਿਹੜਾ ਆ ਹਰ ਇੱਕ ਬੰਦਾ, ਹਰ ਇੱਕ ਮਨ ਹਰ ਇੱਕ ਦਾ ਉਦਾਸ ਆ, ਮਨ ਭਰਿਆ ਹੋਇਆ। ਹਾਂਜੀ, ਅੱਜ ਜੇ ਕਹੀਏ ਵੀ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਨੇ ਬਹੁਤ ਉਦਾਸ ਸੀਗੇ। ਉੱਥੇ ਵੀ ਰਾਤੀ ਤੁਸੀਂ ਕਹੋ 50 ਤੋਂ 100 ਮੁੰਡਾ ਜਿਹੜਾ ਸੀਗਾ ਰਾਤੋਂ ਰਾਤ ਉਹ ਉੱਥੇ ਪਹੁੰਚ ਚੁੱਕਿਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਭਾਣਾ ਵਰਤ ਚੁੱਕਿਆ ਵਾ। ਤੇ ਬਾਕੀ ਅਸੀਂ ਫੋਨਾਂ 'ਤੇ ਵੀ ਜਿਹੜੇ ਸਾਨੂੰ ਫੋਨ ਆ ਰਹੇ ਸੀ ਵਾਰ-ਵਾਰ, ਤੇ ਉਹਨਾਂ ਨੂੰ ਵੀ ਅਸੀਂ ਇਹ ਕਿਹਾ ਵੀ ਤੁਹਾਨੂੰ ਇੱਥੇ ਆਉਣ ਦੀ ਹਾਲੇ ਲੋੜ ਨਹੀਂ ਹੈਗੀ, ਤੁਸੀਂ ਆਪਾਂ ਸਾਡੇ ਭਰਾ ਦਾ ਜਿਹੜਾ ਸਵਾਗਤ ਇੱਥੇ ਕਰੀਏ, ਵੀ ਇੱਥੇ ਟ੍ਰਿਬਿਊਟ ਦਈਏ ਉਹਨਾਂ ਨੂੰ, ਭਰਾ ਨੂੰ। ਜਦ ਵੀ ਲਾਸਟ ਕਾਫਲਾ ਜਿਹੜਾ ਆਪਾਂ ਐਡਾ ਕੁ ਕਰ ਦਈਏ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੁਰਾਣੇ ਸਿੰਘਾਂ ਦੀ ਗੱਲਾਂ ਹੁੰਦੀਆਂ ਸੀ ਵੀ ਉਹਨਾਂ ਦੇ ਲਾਸਟ ਟਾਈਮ ਦੇ ਵਿੱਚ ਇੰਨਾ ਇਕੱਠ ਹੋਇਆ ਸੀਗਾ, ਤੇ ਉਹੀ ਇਕੱਠ ਸਾਡੇ ਭਰਾ ਦੇ ਕਾਫਲੇ ਦੇ ਵੀ ਹੋਣਾ ਚਾਹੀਦਾ ਤੇ ਜਿਹੜੇ ਲੋਕ ਇਤਿਹਾਸ ਦੇ ਵਿੱਚ ਲਿਖਿਆ ਜਾਵੇ। ਤੇ ਮੈਂ ਇਹੀ ਕਹਿਣਾ ਵੀ ਆਪਾਂ ਆਪਣੇ ਭਰਾ ਨੂੰ ਟ੍ਰਿਬਿਊਟ ਇਹੀ ਦੇ ਸਕਦੇ ਹਾਂ ਵੀ ਜਿਹੜੀ ਉਹਦੀ ਸੋਚ ਸੀਗੀ ਉਹ ਸੋਚ ਅਸੀਂ ਆਉਣ ਵਾਲੇ ਲੋਕਾਂ ਦੇ, ਨੌਜਵਾਨਾਂ ਦੇ ਵਿੱਚ ਪ੍ਰਚਾਰ ਕਰੀਏ ਤੇ ਉਸ ਸੋਚ ਨੂੰ ਜਿਉਂਦਾ ਰੱਖੀਏ। ਜਿਵੇਂ ਨਾ ਆਮ ਹਰ ਇੱਕ ਬੰਦੇ ਨੇ ਦੀਪ ਸਿੱਧੂ ਨੂੰ ਕਿਸਾਨੀ ਅੰਦੋਲਨ ਵੇਲੇ ਜਿਹੜਾ ਆ ਉਹ ਬਹੁਤ ਨੇੜੇ ਤੋਂ ਦੇਖਿਆ, ਉਸ ਵੇਲੇ ਉਹਨਾਂ ਦੀ ਆਵਾਜ਼ ਜਿਹੜੀ ਉਹਨਾਂ ਤੱਕ ਪਹੁੰਚੀ ਆ। ਤੁਹਾਡੀ ਮੁਲਾਕਾਤ ਕਦੋਂ ਹੁੰਦੀ ਹੈ? ਮੈਂ ਥੋੜਾ ਪਿੱਛੇ, ਵੈਸੇ ਤੁਸੀਂ ਕਦੋਂ ਕਿਤੇ ਜਾਣਦੇ ਦੀਪ ਨੂੰ? ਮੈਂ ਪਹਿਲੀ ਵਾਰ ਵੀਰ ਨੂੰ ਸ਼ੰਭੂ ਮੋਰਚੇ 'ਤੇ ਮਿਲਿਆ ਸੀਗਾ ਜੀ। ਉਹ ਤੋਂ ਬਾਅਦ ਅਸੀਂ ਜਿਹੜੇ 6 ਮਹੀਨੇ ਉੱਥੇ ਜਿਹੜਾ ਦਿੱਲੀ ਰਹੇ ਆ, ਉਹ ਅਸੀਂ ਇਕੱਠੇ ਰਹੇ ਆ ਉਹਨਾਂ ਦੇ ਨਾਲ। ਜਿੱਥੇ ਉਹਨਾਂ ਦਾ ਪੜਾ ਸੀ ਨਾਲ ਦਾ ਪੜਾ ਮੇਰਾ ਸੀਗਾ, ਤੇ ਅਸੀਂ 6 ਮਹੀਨੇ ਉੱਥੇ ਇਕੱਠੇ ਰਹੇ ਆ। ਉਹ ਤੋਂ ਬਾਅਦ ਜਿੰਨਾ ਵੀ ਉਹਨਾਂ ਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਟੀਮ ਸੀ ਉਹ ਮੇਰੇ ਸਾਰੀ ਟੱਚ 'ਚ ਰਹਿੰਦੀ ਸੀ। ਤੇ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਦੋਂ ਵੀ ਅਸੀਂ ਭਰਾਵਾਂ ਵਾਂਗੂ ਸਾਰੇ ਇੱਕ ਦੂਜੇ ਨਾਲ ਵਰਤਦੇ ਸੀਗੇ, ਤੇ ਦੀਪ ਵੀਰ ਵੀ ਸਾਡੇ ਨਾਲ ਵਧੀਆ ਵਰਤਦੇ ਸੀਗੇ। ਤੇ ਪਾਰਟੀ ਨਾਲ ਤੁਹਾਡੇ ਸਾਹਮਣੇ ਜੋ ਅੱਜ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਿਆ, ਉਹ ਸਾਰਾ ਵੀ ਹੌਲੀ ਹੌਲੀ ਜਿਹੜਾ ਸਾਡੇ ਭਰਾਵਾਂ ਦਾ ਇੱਕ ਦੂਜੇ ਨਾਲ ਪਿਆਰ ਸੀਗਾ, ਤੇ ਉਹ ਉਸ ਨਾਲ ਵੀ ਉਹ ਪਾਰਟੀ ਨਾਲ ਵੀ ਤੁਰੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਪਲਾਨ ਵੀ ਸੀਗੇ ਵੀ ਅਸੀਂ ਪਾਰਟੀ ਲਈ ਤੇ ਸਾਡੀ ਕੌਮ ਲਈ ਕੁਝ ਵੱਡਾ ਸੋਚੀਏ, ਤੇ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨਸ ਨੇ ਉਸ ਵੇਲੇ ਅਸੀਂ ਪੰਜਾਬ ਨੂੰ ਇੱਕ ਨਵਾਂ ਜਿਹੜੇ ਚਿਹਰੇ ਲੈ ਕੇ ਆਈਏ ਤੇ ਨਵਾਂ ਪੰਜਾਬ ਸਿਰਜੀਏ। ਬਿਲਕੁਲ, ਇਹ ਨਾ ਸਾਡੀ ਖੁਦ ਦੀ ਗੱਲਬਾਤ ਸੀਗੀ ਦੀਪ ਨਾਲ, ਜਿਹੜੀ ਆਖਰੀ ਵਾਰ ਫਤਿਹਗੜ੍ਹ ਸਾਹਿਬ
ਉੱਥੇ ਉਹਨਾਂ ਨੇ ਆਪ ਕਿਹਾ ਕਿ ਯਾਰ ਇਸ ਵਾਰੀ ਨਾ ਅਸੀਂ ਮਾਨ ਸਾਹਿਬ ਨੂੰ ਜਾਂ ਕੁਝ ਜਿਹੜੇ ਚਿਹਰਿਆਂ ਦੇ ਉੱਤੇ ਜ਼ੋਰ ਲਾਇਆ ਜਾ ਸਕਦਾ, ਅੰਮ੍ਰਿਤਪਾਲ ਸਿੰਘ ਛੰਦਣਾ ਹੋ ਗਏ, ਕੁਝ ਬੰਦਿਆਂ ਨੂੰ ਅਸੀਂ ਆਪਣਿਆਂ ਨੂੰ ਜਿਹੜਾ ਆ ਭੇਜੀਏ ਤੇ ਅਗਲੀ ਵਾਰੀ ਕਹਿੰਦੇ ਕਿਲਾ ਵੀ ਫਤਿਹ ਕਰ ਲਾਂਗੇ। 2027 ਦੀ ਗੱਲ ਹੋ ਰਹੀ ਸੀਗੀ ਵੋਟਾਂ ਦੀ। ਤਸਵੀਰਾਂ ਭਰਾਵਾਂ ਕੋਲੇ, ਨੌਜਵਾਨਾਂ ਦੇ ਕੋਲੇ ਤੁਸੀਂ ਵੇਖੋ ਵੀ ਦੇਰ ਰਾਤ ਇਸ ਬਾਰੇ ਜਿਹੜੀ ਆ ਜਾਣਕਾਰੀ ਤਕਰੀਬਨ ਵੱਡੇ ਪੱਧਰ ਤੇ ਮਿਲਦੀ ਆ ਸਭ ਨੂੰ, ਤੇ ਇਹ ਪੋਸਟਰ ਵੀ ਜਿਹੜੇ ਆ ਉਹ ਮੁਹੱਬਤ ਦਾ ਸਬੂਤ ਦਿੰਦੇ ਨੇ। ਬਾਈ ਜੀ ਇਹ ਰਾਤੋਂ ਰਾਤ ਤਿਆਰ ਹੋਏ ਫਿਰ? ਹਾਂਜੀ ਹਾਂ, ਇਹ ਰਾਤੋਂ ਰਾਤ ਤਿਆਰ ਹੋਏ ਨੇ। ਜਦੋਂ 9:30 ਵਜੇ ਪਤਾ ਲੱਗਿਆ ਸਾਨੂੰ ਵੀ ਆਹ ਹਾਦਸਾ ਵਾਪਰ ਗਿਆ, ਰਾਤ ਦੀ ਨੀਂਦ ਨਹੀਂ ਆਈ ਬਾਈ ਜੀ, ਕਿਸੇ ਨੂੰ ਵੀ, ਕੋਈ ਵੀ ਬੰਦਾ ਨਹੀਂ ਸੁੱਤਿਆ। ਤੇ ਸਾਡੇ ਪਿੰਡ ਦੇ ਵਿੱਚ ਵੀ ਸਨਸਨੀ ਦਾ ਮਾਹੌਲ ਫੈਲ ਗਿਆ ਵੀ ਇਹ ਬਾਈ ਜੀ ਨਾਲ ਕੀ ਹੋ ਗਿਆ, ਕਿਉਂਕਿ ਬਾਈ ਜੀ ਇੱਕ ਇਹੋ ਜਿਹੇ ਇਨਸਾਨ ਸੀਗੇ ਜੀ ਜਿਨ੍ਹਾਂ ਨੇ 26 ਜਨਵਰੀ ਨੂੰ ਆਪਣੇ ਨਿਸ਼ਾਨ ਸਾਹਿਬ ਲਹਿਰਾ ਕੇ ਜੀ ਇੱਕ 26 ਜਨਵਰੀ ਨੂੰ ਖਾਲਸਾ ਰੰਗ ਦਿੱਤਾ ਜੀ। ਤੇ ਬਹੁਤ ਇਹ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ, ਇਹ ਦੁਖਦਾਇਕ ਘਟਨਾ ਜੀ, ਸਾਨੂੰ ਕਦੇ ਨਾ ਭੁੱਲਣ ਜੋਗੀ ਨਹੀਂ। ਅਸੀਂ ਤੁਹਾਡੇ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਅਫਸੋਸ ਇਹ ਚੀਜ਼ ਦਾ ਨਹੀਂ ਹੋਣਾ ਚਾਹੀਦਾ ਵੀ ਦੀਪ ਸਿੱਧੂ ਚਲੇ ਗਿਆ, ਕੱਲਾ ਬੰਦਾ ਦੀਪ ਸਿੱਧੂ ਬਣੇ, ਕੱਲਾ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖੇ ਵੀ ਹਰੇਕ ਬੰਦਾ ਆਪਣੇ ਆਪ ਨੂੰ ਖੁਦ 'ਚ ਦੀਪ ਸਿੱਧੂ ਵੀਰ ਬਣੇ, ਉੱਦਾਂ ਹੀ ਜੂਝਦਾ ਰਹੇ ਜੀ। ਬਾਈ ਜੀ ਵੀਰ ਜੀ ਬਹੁਤ ਦੁਖਦਾਈ ਘਟਨਾ ਹੋਈ ਆ ਜਿਹਦਾ ਅਸੀਂ ਕੋਈ ਬਿਆਨ ਨਹੀਂ ਕਰ ਸਕਦੇ। ਬਹੁਤ ਜ਼ਿਆਦਾ ਸਵੇਰ ਦਾ ਕੋਈ ਯਕੀਨ ਵੀ ਨਹੀਂ ਆਇਆ ਜਦੋਂ ਗੱਲ ਸੁਣੀ। ਅਸੀਂ ਕਈ ਜਣਿਆਂ ਤੋਂ ਫੋਨ ਕਰਕੇ ਅਸੀਂ ਮਨ ਇਹ ਚੀਜ਼ ਉਹ ਕਰੀ ਵੀ ਯਾਰ ਵਾਕਈ ਸਹੀ ਆ ਗੱਲ ਕਿ ਵੈਸੇ ਤਾਂ ਨਹੀਂ, ਪਰ ਯਕੀਨ ਵੀਰੇ ਹਜੇ ਵੀ ਨਹੀਂ ਆਉਂਦਾ। ਪਰ ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ ਯਾਰ, ਬਹੁਤ ਔਖਾ ਹੋਇਆ ਪਿਆ। ਬਿਲਕੁਲ ਇੱਕ ਅਸਲ 'ਚ ਸ਼ਬਦ ਹਰ ਇੱਕ ਬੰਦਾ ਇਸ ਵੇਲੇ ਸ਼ਬਦਾਂ ਤੋਂ ਸੱਖਣਾ ਮਹਿਸੂਸ ਕਰ ਰਿਹਾ, ਕਿਉਂਕਿ ਬਹੁਤ ਕੁਝ ਚੱਲਿਆ ਦੀਪ ਨੇ ਆ ਪਿਛਲੇ ਸਾਲ 1.5 ਸਾਲ ਦੇ ਵਿੱਚ। ਬੜੇ ਇਲਜ਼ਾਮਬਾਜ਼ੀ ਹੋਈ, ਪੱਤਰਕਾਰੀ ਖੇਤਰ ਦੇ ਨਾਲ ਜੁੜੇ ਆ, ਪੱਤਰਕਾਰ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਕਿ ਦੀਪ ਸਿੱਧੂ ਦੇ ਉੱਤੇ ਸਵਾਲ ਉੱਠਦੇ ਨੇ, ਦੀਪ ਸਿੱਧੂ ਨੇ ਇਹ ਕੀਤਾ ਉਹ ਕੀਤਾ, ਪਰ ਦੀਪ ਸਿੱਧੂ ਅੱਜ ਚਲਾ ਗਿਆ। ਦੀਪ ਸਿੱਧੂ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਕੋਈ ਦਾਗ ਜਿਹੜਾ ਉਹ ਦੀਪ ਸਿੱਧੂ ਦੇ ਉੱਤੇ ਸਾਬਤ ਨਹੀਂ ਹੋਇਆ। ਬੜਾ ਕੁਝ ਜਿਹੜਾ ਕਹਿਣ ਵਾਲਿਆਂ ਨੇ ਕਿਹਾ, ਦੀਪ ਸਿੱਧੂ ਆਪਣੇ ਉਹ ਸ਼ਬਦ, ਆਪਣੀਆਂ ਉਹ ਸਪੀਚਾਂ, ਆਪਣੇ ਉਹ ਕੌਮ ਦੇ ਨਾਲ ਸੰਦੇਸ਼ ਛੱਡ ਗਿਆ। ਹਮੇਸ਼ਾ ਹੀ ਉਹ ਕਹਿੰਦਾ ਰਿਹਾ ਦੀਪ ਸਿੱਧੂ ਕਿ ਅਸੀਂ ਲੜਨਾ ਸਿੱਖੀਏ, ਅਸੀਂ ਜੂਝਣਾ ਸਿੱਖੀਏ, ਅਸੀਂ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਨਾ ਨੱਚੀਏ, ਸਾਨੂੰ ਗੱਲ ਪੰਜਾਬ ਦੀ ਕਰਨ ਦੀ ਲੋੜ ਆ। ਪੰਜਾਬ ਦੀ ਗੱਲ ਕਰਨ ਵਾਲਾ, ਹੱਕਾਂ ਦੀ ਗੱਲ ਕਰਨ ਵਾਲਾ, ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਾ ਦੀਪ ਸਿੱਧੂ ਸਰੀਰਕ ਰੂਪ ਦੇ ਵਿੱਚ ਸਾਡੇ ਵਿੱਚ ਨਹੀਂ। ਪਰ ਦੀਪ ਸਿੱਧੂ ਨੇ ਕੀ ਖੱਟਿਆ ਇਹ ਪਿਛਲੇ ਕੁਝ ਸਮੇਂ 'ਚ, 1.5-2 ਸਾਲ 'ਚ ਦੀਪ ਸਿੱਧੂ ਨੇ ਕੀ ਖੱਟਿਆ, ਉਹ ਤਸਵੀਰ ਤੁਹਾਡੇ ਸਾਹਮਣੇ ਆ ਤਮਾਮ। ਇਹ ਗੱਡੀਆਂ ਦੇ ਉੱਤੇ ਰਾਤੋਂ ਰਾਤ ਦੀਪ ਸਿੱਧੂ ਦੀਆਂ ਤਸਵੀਰਾਂ ਲੱਗਣੀਆਂ, ਇਹ ਦੀਪ ਸਿੱਧੂ ਦੀ ਕਮਾਈ ਆ। ਦੀਪ ਸਿੱਧੂ ਨੂੰ ਅੱਜ ਕਿਉਂ ਹਰ ਬੰਦਾ ਰੋ ਰਿਹਾ? ਇਸੇ ਕਰਕੇ ਰੋ ਰਿਹਾ ਕਿਉਂਕਿ ਸਭ ਨੂੰ ਲੱਗਦਾ ਕਿ ਦੀਪ ਸਿੱਧੂ ਹੀ ਸਾਡੀ ਬਹੁਤ ਵੱਡੀ ਉਮੀਦ ਸੀ। ਦੀਪ ਸਿੱਧੂ ਸਾਨੂੰ ਲੜਨਾ ਸਿਖਾ ਰਿਹਾ ਸੀ, ਦੀਪ ਸਿੱਧੂ ਸਾਨੂੰ ਜ਼ੁਲਮ ਦੇ ਮੂਹਰੇ ਖੜਨਾ ਸਿਖਾ ਰਿਹਾ ਸੀਗਾ। ਸੋ ਇਸੇ ਰਸਤੇ ਤੋਂ ਹੁਣ ਕੁਝ ਸਮੇਂ ਦੇ ਵਿੱਚ ਜਿਹੜਾ ਆ ਦੀਪ ਸਿੱਧੂ ਦੀ ਡੈੱਡ ਬਾਡੀ ਨੂੰ ਲਿਜਾਇਆ ਜਾਊਗਾ। ਖੰਨੇ ਦੇ ਕੋਲੇ ਖਬਰ ਹੈ ਕਿ ਪਹੁੰਚ ਚੁੱਕੇ ਨੇ। ਇਸ ਵੇਲੇ ਅਸੀਂ ਦੁਰਾਹੇ ਦੇ ਕੋਲ ਆ ਤੇ ਸੈਂਕੜਿਆਂ ਦਾ ਇਕੱਠ ਹੈ ਇੱਥੇ, ਸੈਂਕੜਿਆਂ ਦੀ ਤਾਦਾਦ ਦੇ ਵਿੱਚ। ਹਰ ਇੱਕ ਪਾਸੇ ਤੁਸੀਂ ਉਹੀ ਗੱਲ ਆ ਗਈ ਨਾ ਜਿਹੜੀ ਕਰ ਰਹੇ ਸੀਗੇ ਕਿ ਸਾਡੀ ਹੋਣ ਦੀ ਲੜਾਈ ਆ। ਦੀਪ ਸਿੱਧੂ ਦੀ ਤਸਵੀਰ ਦੇ ਨਾਲ ਉਹ ਸ਼ਬਦ ਨੇ, ਹੋਣ ਦੀ ਲੜਾਈ ਦੀ ਗੱਲ ਹਮੇਸ਼ਾ ਦੀਪ ਸਿੱਧੂ ਨੇ ਕੀਤੀ ਆ। ਦੀਪ ਸਿੱਧੂ ਦੀਆਂ ਗੱਲਾਂ, ਦੀਪ ਸਿੱਧੂ ਦੇ ਸ਼ਬਦ, ਉਸ ਦੀਆਂ ਉਹ ਸਪੀਚਾਂ ਤੁਸੀਂ ਜਦੋਂ ਸੁਣੋਗੇ ਨਾ ਤਾਂ ਇਹੀ ਸਾਨੂੰ ਜਿਹੜਾ ਆ ਉਹ ਸੁਣਨ ਨੂੰ ਮਿਲਦਾ ਬਹੁਤ ਬੰਦਿਆਂ ਤੋਂ ਵੀ ਕਿ ਯਾਰ ਇਹ ਚੀਜ਼ਾਂ ਪੋਸੀਬਲ ਕਿਵੇਂ ਨੇ। ਜੋ ਦੀਪ ਸਿੱਧੂ ਕਹਿੰਦਾ ਉਹ ਚੀਜ਼ਾਂ ਪੋਸੀਬਲ ਕਿਵੇਂ ਨੇ। ਵੱਧ ਅਧਿਕਾਰ, ਦੀਪ ਸਿੱਧੂ ਨੇ ਯਾਦ ਹੋਊਗਾ ਕਿ ਜਦੋਂ ਕਿਸਾਨੀ ਅੰਦੋਲਨ ਨੂੰ ਹਲੇ 1 ਮਹੀਨਾ ਵੀ ਨਹੀਂ ਸੀ ਹੋਇਆ ਦਿੱਲੀ ਦੇ ਬਾਰਡਰਾਂ ਤੇ, ਤਾਂ ਬਹੁਤ ਸਾਰੀਆਂ ਮੰਗਾਂ ਮੰਨਣ ਨੂੰ ਸੈਂਟਰ ਗੌਰਮੈਂਟ ਜਿਹੜੀ ਉਹ ਤਿਆਰ ਹੋ ਗਈ ਸੀ। ਉਸ ਵੇਲੇ ਦੀਪ ਸਿੱਧੂ ਦਾ ਬਿਆਨ ਆਇਆ ਕਿ ਸਰਕਾਰ ਜਦੋਂ ਇੰਨੀ ਵੱਡੇ ਪੱਧਰ ਦੇ ਉੱਤੇ ਅਮੈਂਡਮੈਂਟਸ ਦੇ ਉੱਤੇ ਝੁਕ ਗਈ ਆ ਤਾਂ ਸਰਕਾਰ ਸਮਝੋ ਹਾਰੀ ਹੋਈ ਆ, ਸਾਨੂੰ ਜਿਹੜਾ ਆ ਮੰਨ ਲੈਣਾ ਚਾਹੀਦਾ। ਉਸ ਵੇਲੇ ਗਦਾਰ ਦੇ ਸਰਟੀਫਿਕੇਟ ਦੀਪ ਸਿੱਧੂ ਨੂੰ ਦਿੱਤੇ ਗਏ। ਪਰ ਇਸ ਚੀਜ਼ ਦਾ ਪਤਾ ਕਦੋਂ ਲੱਗਿਆ? ਜਦੋਂ ਅੰਦੋਲਨ ਮੁੱਕਦਾ, ਕਿ ਸਿਰਫ ਅਸੀਂ ਕਾਨੂੰਨ ਵਾਪਸ ਕਰਾ ਕੇ ਮੁੜੇ ਆ, ਪੰਜਾਬ ਦੇ ਲਈ ਵਾਧੂ ਕੀ ਲੈ ਕੇ ਆਏ ਆ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਯਾਦ ਆਉਣਗੀਆਂ ਦੀਪ ਸਿੱਧੂ ਦੀਆਂ। ਬਾਈ ਜੀ ਕਿਵੇਂ ਯਾਦ ਕਰ ਰਹੇ ਹੋ ਅੱਜ? ਮਤਲਬ ਕਿਉਂਕਿ ਜਦੋਂ ਕੋਈ ਬੰਦਾ ਵਿਛੜ ਜਾਂਦਾ ਨਾ, ਸਾਡੇ ਦਿਮਾਗ, ਸਾਡੇ ਯਾਦਾਂ 'ਚੋਂ ਗੱਲਾਂ ਆਉਂਦੀਆਂ ਜਿਹੜੀਆਂ ਸਾਡੇ ਨਾਲ ਉਹਦਾ ਸਮਾਂ ਬੀਤਿਆ ਹੁੰਦਾ ਜਾਂ ਸਾਡੀ ਕੋਈ ਮੁਲਾਕਾਤ ਹੋਈ ਹੁੰਦੀ ਆ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਸੰਗਤ ਨੂੰ ਫਤਿਹ ਅਰਜ਼ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰੀ ਦੀਪ ਬਾਈ ਦੇ ਨਾਲ ਇੱਕ ਵਾਰੀ ਮੀਟਿੰਗ ਹੋਈ ਆ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ। ਉਦੋਂ ਅਸੀਂ ਬਠਿੰਡੇ ਉਹਨਾਂ ਦੇ ਘਰ ਗਏ ਸੀਗੇ, ਚਾਚਾ ਜੀ ਉਹਨਾਂ ਦੇ ਸੀਗੇ, ਮੈਂ
ਪਹਿਲੀ ਵਾਰ ਉਹਨਾਂ ਨੂੰ ਮਿਲਿਆ ਸੀ ਮੈਂ, ਮਤਲਬ ਇੱਕ ਜਿਵੇਂ ਆਪਾਂ ਇੱਕ ਐਕਟਰ ਦੇ ਰੂਪ 'ਚ ਆਪਾਂ ਦੇਖਿਆ ਸੀ ਉਹਨਾਂ ਨੂੰ। ਪਹਿਲਾਂ ਆਪਾਂ ਪਰਸਨਲੀ ਕਦੇ ਵੀ ਨਹੀਂ ਮਿਲੇ ਸੀ। ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਫੇਸ ਟੂ ਫੇਸ, ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਸਾਨੂੰ ਲੱਗੇ ਹੀ ਨਹੀਂ ਕਿ ਇੱਕ ਜਿਵੇਂ ਕਿ ਆਪਾਂ ਐਕਟਰ ਨਾਲ ਗੱਲ ਕਰਦੇ, ਇੱਕ ਭਰਾਵਾਂ ਵਾਂਗ ਉਹਨਾਂ ਨੇ ਗੱਲ ਕੀਤੀ। ਨਿਮਰਤਾ ਦੇ ਬਹੁਤ ਹੀ ਵੱਡੇ ਮਤਲਬ ਉਹ ਸੀ। ਦੂਸਰੀ ਗੱਲ, ਮੈਂ ਖੁਦ ਸਰਦਾਰ ਸਿਮਰ ਸਿੰਘ ਮਾਨ ਦੀ ਪਾਰਟੀ ਦੇ ਵਿੱਚੋਂ ਆ ਗਿਆ ਸੀ ਤੇ ਉਹਨਾਂ ਨੇ ਹੁਣ ਕੰਪੇਨਿੰਗ ਸ਼ੁਰੂ ਕੀਤੀ ਸੀ ਥੋੜ੍ਹੇ ਟਾਈਮ ਤੋਂ। ਇੱਕ ਦੀਪ ਸਿੱਧੂ ਬਾਈ ਇੱਕ ਇਹੋ ਜਿਹਾ ਚਿਹਰਾ ਸੀਗਾ ਜਿਹੜਾ ਕਿ ਆਪਣੇ ਯੂਥ ਲਈ, ਯੂਥ ਨੂੰ ਇੱਕ ਉੱਪਰ ਲੈ ਕੇ ਆਉਣਾ ਸੀਗਾ ਆਪਾਂ ਨੂੰ। ਜਿਵੇਂ ਦੇਖੋ ਮਾਨ ਸਾਹਿਬ ਵੀ ਪਿਛਲੇ 40 ਸਾਲਾਂ ਤੋਂ ਆਪਣੇ ਸਿੱਖਾਂ ਲਈ ਖੜੇ ਨੇਗੇ, ਆਪਣੇ ਸਿੱਖਾਂ ਲਈ ਲੜ ਰਹੇ ਨੇਗੇ, ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇਗੀਆਂ। ਦੀਪ ਸਿੱਧੂ ਬਾਈ ਨੇ ਉਹਨਾਂ ਨੂੰ ਜਾਣਿਆ, ਉਹਨਾਂ ਦੇ ਨਾਲ ਉਹ ਚੱਲੇ, ਉਹਨਾਂ ਨਾਲ ਕੰਪੇਨਿੰਗ ਕਰਾ ਰਹੇ ਸੀਗੇ। ਤੇ ਜਿਹੜੀ ਸੈਂਟਰ ਦੀ ਇੱਕ ਗੌਰਮੈਂਟ ਆ ਨਾ, ਉਹਨੂੰ ਜਦੋਂ ਪਤਾ ਲੱਗ ਜੇ ਕਿ ਇਹ ਬੰਦਾ ਇੱਕ ਅੱਗੇ ਆ ਰਿਹਾ ਹੈਗਾ, ਇੱਕ ਯੂਥ ਆਈਕਨ ਇਹਦੇ ਪਿੱਛੇ ਚੱਲੂਗਾ। ਹੁਣ ਆਪਾਂ 10 ਸਾਲ ਪਿੱਛੇ ਚਲੇ ਗਏ ਹਾਂ। ਠੀਕ ਹੈ, ਕੋਈ ਬੰਦਾ ਹੋਰ ਆਏਗਾ ਅੱਗੇ ਜਿਹੜਾ ਆਪਾਂ ਨੂੰ ਯੂਥ ਨੂੰ ਅਗਰਾਹ ਕਰੇਗਾ, ਪਰ ਜਿਹੜਾ ਦੀਪ ਬਾਈ ਦੀ ਇੱਕ ਐਗਜ਼ਾਮਪਲਾਂ ਦਿੰਦੇ ਹੁੰਦੇ ਸੀਗੇ ਉਹ, ਕਿ ਆਪਣਾ ਸਿੱਖ ਧਰਮ ਆ ਜਿਹੜਾ, ਆਪਾਂ ਸਿੱਖ ਧਰਮ ਨੂੰ ਆਪਣੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਸੀ ਨਾ, ਉਹ ਰੜਕਦੀਆਂ ਸੀਗੀਆਂ ਸਰਕਾਰਾਂ ਨੂੰ, ਉਹ ਗੌਰਮੈਂਟ ਨੂੰ ਰੜਕਦੀਆਂ ਸੀਗੀਆਂ। ਤੇ ਉਹੀ ਚੀਜ਼ ਕਰਕੇ ਇੱਕ ਅਸੀਂ ਸਾਜ਼ਿਸ਼ ਵੀ ਕਹਿ ਸਕਦੇ ਹਾਂ, ਇੱਕ ਮੰਦਭਾਗੀ ਘਟਨਾ ਵੀ ਕਹਿ ਸਕਦੇ ਹਾਂ। ਜਿਹੜਾ ਇਹ ਇੱਕ ਵਰਤਾਰਾ ਹੋਇਆ ਨਾ, ਇਹ ਮਤਲਬ ਬਸ ਅਸੀਂ ਖੁਦ ਵੀ ਕੱਲ ਜਦੋਂ ਇਹ ਨਿਊਜ਼ ਸੁਣੀ ਤੇ ਸਾਨੂੰ ਯਕੀਨ ਨਹੀਂ ਹੋਇਆ। ਅਸੀਂ ਬਾਰ-ਬਾਰ ਫੇਸਬੁੱਕ ਫਰੋਲੀ ਕੇ ਹਰ ਕਿਸੇ ਨੂੰ ਨਾ ਇਹ ਚੀਜ਼ ਵਾਕਈ ਘਟੀ ਆ। ਜਦੋਂ ਖਬਰ ਸੁਣੀ ਆ ਨਾ ਤਾਂ ਐਂ ਲੱਗਿਆ ਕਿ ਯਾਰ ਰੱਬ ਕਰੇ ਇਹ ਫੇਕ ਨਿਊਜ਼ ਹੋਵੇ, ਕਿ ਇਹ ਕਿਸੇ ਦੀ ਸ਼ਰਾਰਤ ਹੋਵੇ। ਸ਼ਰਾਰਤ ਹੋ ਜਾਂਦੀ ਤਾਂ ਬਹੁਤ ਹੱਦ ਤੱਕ ਬਰਦਾਸ਼ਤ ਸੀਗਾ, ਪਰ ਹੁਣ ਕਹਿੰਦੇ ਨੇ ਵੀ ਹੋਣੀ ਨੂੰ ਵੀ ਨਹੀਂ ਟਾਲਿਆ ਜਾ ਸਕਦਾ। ਦੀਪ ਸਿੱਧੂ ਦੀ ਉਹ ਗੱਲਾਂ, ਦੀਪ ਸਿੱਧੂ ਦੀ ਹੱਕਾਂ ਦੀ ਲੜਾਈ ਦੀ ਗੱਲ ਬਹੁਤ ਲੋਕਾਂ ਨੂੰ, ਸਰਕਾਰਾਂ ਨੂੰ ਵੱਡੇ ਪੱਧਰ ਦੇ ਉੱਤੇ, ਰਾਜਨੀਤੀ ਦੇ ਵਿੱਚ ਲਾਹਾ ਲੈਣ ਵਾਲੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਰੜਕਦੀ ਰਹੀ ਆ। ਪਰ ਅੱਜ ਦੀਪ ਸਿੱਧੂ ਦੀਆਂ ਉਹ ਗੱਲਾਂ ਜਿਹੜੀਆਂ ਨੇ ਉਹ ਯਾਦ ਆਉਣਗੀਆਂ। ਦੀਪ ਸਿੱਧੂ ਦੀ ਨਿਮਰਤਾ ਯਾਦ ਆਊਗੀ ਕਿ ਉਸ ਬੰਦੇ ਕੋਲੇ ਕਿਹੜੀ ਚੀਜ਼ ਦੀ ਕਮੀ ਸੀਗੀ। ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਜਿਵੇਂ ਦੀਪ ਸਿੱਧੂ ਦੀ ਬਾਡੀ ਜਿਹੜੀ ਐਂਬੂਲੈਂਸ 'ਚ ਆ ਉਹ ਇੱਥੇ ਪਹੁੰਚਦੀ ਆ, ਉਹ ਕਾਫਲਾ ਪਹੁੰਚਦਾ, ਮੁੜ ਜਿਹੜਾ ਆ ਅਸੀਂ ਤੁਹਾਡੇ ਨਾਲ ਜੁੜਾਂਗੇ। ਸੋ ਇਸ ਵੇਲੇ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਿਹੜਾ ਕਾਫਲਾ ਆ ਉਹ ਇੱਥੇ ਪਹੁੰਚ ਰਿਹਾ। ਤੁਸੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਬਹੁਤ ਵੱਡਾ ਕਾਫਲਾ, ਸੰਗਤ ਜਿਹੜੀ ਆ ਉਹ ਨਮ ਅੱਖਾਂ ਦੇ ਨਾਲ ਦੀਪ ਸਿੱਧੂ ਨੂੰ ਪੰਜਾਬ ਲੈ ਕੇ ਪਹੁੰਚੀ ਆ। ਇਸ ਵੇਲੇ ਦੁਰਾਹੇ ਦੀਆਂ ਤਸਵੀਰਾਂ ਨੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ। ਸੰਗਤ ਭਾਈ ਬਰਜਿੰਦਰ ਸਿੰਘ ਪਰਵਾਨਾ ਜਿਹੜੇ ਆ ਉਹ ਦੀਪ ਸਿੱਧੂ ਦੇ ਹੱਕ ਦੇ ਵਿੱਚ ਨਾਰੇ ਲਗਾ ਰਹੇ ਨੇ। ਸੋ ਇਹ ਉਹ ਐਂਬੂਲੈਂਸ ਹੈ, ਜਿਹਦੇ ਵਿੱਚ ਦੀਪ ਸਿੱਧੂ ਦੀ ਡੈੱਡ ਬੋਡੀ ਨੂੰ ਲੈ ਕੇ ਜਾਇਆ ਜਾ ਰਿਹਾ। ਨਾਲ ਬਹੁਤ ਵੱਡਾ ਕਾਫਲਾ, ਦੀਪ ਸਿੱਧੂ ਨੂੰ ਚਾਹੁਣ ਵਾਲਿਆਂ ਦਾ ਬਹੁਤ ਵੱਡਾ ਕਾਫਲਾ ਜੈਕਾਰਿਆਂ ਦੇ ਨਾਲ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ। ਦੁਰਾਹੇ ਇਸ ਵੇਲੇ ਅਸੀਂ ਮੌਜੂਦ ਹਾਂ। ਇੰਨੀ ਜਲਦੀ ਜਿਹੜਾ ਆ ਦੀਪ ਸਿੱਧੂ ਸਾਡੇ ਚੋਂ ਚਲਾ ਜਾਊਗਾ, ਕਿਸੇ ਨੇ ਇਸ ਚੀਜ਼ ਦੀ ਕਲਪਨਾ ਨਹੀਂ ਕੀਤੀ ਹੋਣੀ। ਦੀਪ ਸਿੱਧੂ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਰਿਹਾ। ਇਹ ਕਾਫਲਾ ਜਿਹੜਾ ਆ ਇਹ ਦੀਪ ਸਿੱਧੂ ਦੀ ਅੰਤਿਮ ਯਾਤਰਾ, ਦੀਪ ਸਿੱਧੂ ਨੂੰ ਸੋਨੀਪਤ ਤੋਂ ਲੈ ਕੇ ਆਇਆ ਜਾ ਰਿਹਾ। ਉਹਦੇ ਵਿੱਚ ਸ਼ਾਮਲ ਇਹ ਗੱਡੀਆਂ ਦਾ ਹਜੂਮ ਹੈ, ਇਹ ਇਕੱਠ ਹੈ। ਦੂਰ ਤੱਕ ਜਿਹੜੀ ਸੰਗਤ ਆ ਉਹ ਗੱਡੀਆਂ ਦੇ ਵਿੱਚ ਆ ਰਹੀ ਆ। ਇਸ ਥਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਆਖਰੀ ਝਲਕ ਪਾਉਣ ਲਈ ਕਿ ਸਾਡੇ ਕੋਲੋਂ ਦੀਪ ਸਿੱਧੂ ਨੂੰ ਲੈ ਕੇ ਜਾਂਦੀ ਉਹ ਐਂਬੂਲੈਂਸ ਗੁਜ਼ਰੂਗੀ, ਜਿਹਦੇ ਵਿੱਚ ਦੀਪ ਸਿੱਧੂ ਦਾ ਸਰੀਰ ਜਿਹੜਾ ਆ ਉਹ ਪਿਆ। ਕਿਉਂਕਿ ਦੀਪ ਸਿੱਧੂ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕਿਆ। ਦੀਪ ਸਿੱਧੂ ਦੀ ਵਿਚਾਰਧਾਰਾ, ਦੀਪ ਸਿੱਧੂ ਦੀ ਸੋਚ ਹਮੇਸ਼ਾ ਕਾਇਮ ਰਹੂਗੀ। ਦੀਪ ਸਿੱਧੂ ਦੀਆਂ ਤਸਵੀਰਾਂ, ਉਸ ਦੇ ਕਹੇ ਬੋਲ, ਹੱਥਾਂ ਦੇ ਵਿੱਚ ਲਿਖੇ ਉਹ ਪੋਸਟਰ ਜਿਹੜੇ ਨੇ ਤੁਸੀਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਵੇਖ ਸਕਦੇ ਹੋ। ਹੁਣ ਲੁਧਿਆਣੇ ਜਿਹੜਾ ਆ,
ਲੁਧਿਆਣੇ ਪਹੁੰਚ ਕੇ ਦੀਪ ਸਿੱਧੂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਣਾ। ਸੋ ਅਸੀਂ ਕਾਫਲੇ ਨੂੰ ਫੋਲੋ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਉਸ ਜਗ੍ਹਾ ਤੇ ਜਾ ਕੇ ਵੀ ਤੁਹਾਡੇ ਨਾਲ ਜਿਹੜਾ ਆ ਸਾਂਝਾ ਕਰੀਏ ਕਿ ਮਾਹੌਲ ਕੀ ਆ, ਦਰਦ ਜਿਹੜਾ ਅੱਖਾਂ ਦੇ ਵਿੱਚ ਛਲਕ ਰਿਹਾ। ਕੌਮ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੀ ਆ, ਇਸ ਕਰਕੇ ਬਹੁਤ ਜਿਹੜਾ ਆਪਣੇ ਆਪ ਦੇ ਉੱਤੇ ਕਾਬੂ ਵੀ ਅਸੀਂ ਕਹਿ ਸਕਦੇ ਹਾਂ ਕਿ ਰੱਖਿਆ ਹੋਇਆ। ਡੋਲਣਾ ਸਾਨੂੰ ਨਹੀਂ ਸਿਖਾਇਆ ਗਿਆ, ਪਰ ਜਦੋਂ ਆਪਣਾ ਕੋਈ ਜਾਂਦਾ ਤਾਂ ਦਰਦ ਜਿਹੜਾ ਆ ਉਹ ਜ਼ਰੂਰ ਹੁੰਦਾ। ਸੰਗਤਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਸੰਗਤਾਂ ਦੀਆਂ ਜਿਹੜੀਆਂ ਅੱਖਾਂ ਨੇ, ਸੰਗਤਾਂ ਦੇ ਜਿਹੜੇ ਬੋਲ ਨੇ, ਉਹਨਾਂ ਦੇ ਵਿੱਚੋਂ ਉਹ ਦਰਦ ਜਿਹੜਾ ਛਲਕਦਾ। ਸੋ ਸਿੱਖ ਚੈਨਲ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈ ਆ। ਹੁਣੇ ਦੀਪ ਸਿੱਧੂ ਨੂੰ ਲੈ ਕੇ ਜਿਹੜੀ ਐਂਬੂਲੈਂਸ ਸੀਗੀ ਜਿਹਦੇ ਵਿੱਚ ਦੀਪ ਸਿੱਧੂ ਦੀ ਡੈੱਡ ਬੋਡੀ ਸੀਗੀ, ਉਹ ਇੱਥੋਂ ਗੁਜ਼ਰ ਚੁੱਕੀ ਆ, ਦੁਰਾਹੇ ਤੋਂ ਲੰਘ ਚੁੱਕੀ ਆ। ਘੰਟੇ ਤੋਂ ਵੀ ਥੋੜਾ ਰਾਹ, ਅੱਧੇ ਪੌਣੇ ਘੰਟੇ ਦਾ ਰਸਤਾ ਆ ਕਿ ਜਿੱਥੇ ਦੀਪ ਸਿੱਧੂ ਦਾ ਸੰਸਕਾਰ ਕੀਤਾ ਜਾਣਾ। ਮੁਹੱਬਤ ਕਰਨ ਵਾਲੇ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ, ਰਾਹਾਂ ਦੇ ਵਿੱਚ ਖੜ ਰਹੇ ਨੇ। ਲੁਧਿਆਣੇ ਜਾਵਾਂਗੇ, ਲੁਧਿਆਣੇ ਤੋਂ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਕਿ ਉੱਥੇ ਸੰਗਤ ਜਿਹੜੀ ਆ ਉਹ ਦੀਪ ਸਿੱਧੂ ਦਾ ਭਰੇ ਮਨ ਨਾਲ ਆਖਰੀ ਵਾਰੀ ਕਿਵੇਂ ਇੰਤਜ਼ਾਰ ਕਰ ਰਹੀ ਆ। ਸੋ ਇਸ ਵੇਲੇ ਪਹੁੰਚ ਚੁੱਕੇ ਹਾਂ ਲੁਧਿਆਣੇ, ਉਸ ਥਾਂ ਦੇ ਉੱਤੇ ਜਿੱਥੇ ਦੀਪ ਸਿੱਧੂ ਦਾ ਪਰਿਵਾਰ ਰਹਿੰਦਾ। ਦੀਪ ਸਿੱਧੂ ਖੁਦ ਇਸ ਜਗ੍ਹਾ ਤੇ ਰਹਿੰਦਾ, ਉਹਦੇ ਭਰਾ ਮਨਦੀਪ ਇਸ ਜਗ੍ਹਾ ਤੇ ਰਹਿੰਦਾ। ਸੰਗਤ ਹਰ ਪਾਸੇ ਜਦੋਂ ਨਜ਼ਰ ਮਾਰੋਗੇ ਨਾ ਤਾਂ ਤੁਹਾਨੂੰ ਸਿਰਫ ਸੰਗਤ ਹੀ ਨਜ਼ਰ ਆਉਣੀ ਆ ਜੋ ਪਹੁੰਚ ਰਹੇ ਨੇ, ਇਸ ਥਾਂ ਦੇ ਉੱਤੇ ਪਹੁੰਚ ਰਹੇ ਨੇ ਜਿੱਥੇ ਦਰਸ਼ਨ ਹੋ ਸਕਦੇ ਨੇ, ਆਖਰੀ ਵਾਰੀ ਮਿਲ ਸਕਦੇ ਨੇ ਦੀਪ ਸਿੱਧੂ ਦੇ ਉਸ ਸਰੀਰ ਨੂੰ ਜਿਹਨੇ ਕੁਝ ਸਮੇਂ ਬਾਅਦ ਸਾਡੇ ਤੋਂ ਵਿਛੋੜਾ ਪਾ ਜਾਣਾ। ਦੀਪ ਸਿੱਧੂ ਜੋ ਬੀਤੀ ਰਾਤ ਇੱਕ ਸੜਕ ਹਾਦਸੇ ਦੇ ਵਿੱਚ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਂਦਾ, ਅੱਜ ਉਹਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਪਹੁੰਚੀ ਆ। ਸੋ ਤਸਵੀਰਾਂ ਦੇ ਵਿੱਚ ਇਕੱਠ ਤੁਸੀਂ ਵੇਖ ਸਕਦੇ ਹੋ। ਇਹ ਉਹ ਕਲੋਨੀ ਹੈ, ਘੁੰਮਣ ਕਲੋਨੀ ਇਹਨੂੰ ਦੱਸ ਰਹੇ ਨੇ, ਜਿੱਥੇ ਦੀਪ ਸਿੱਧੂ ਦਾ ਪਰਿਵਾਰ ਰਹਿੰਦਾ। ਕੋਨੇ-ਕੋਨੇ 'ਚੋਂ ਪੰਜਾਬ ਦੇ, ਭਾਰਤ ਦੇ ਕੋਨੇ-ਕੋਨੇ 'ਚੋਂ ਜਿੱਥੇ ਵੀ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ ਰਹਿੰਦੇ ਨੇ, ਉਹ ਸਭ ਇਸ ਥਾਂ ਦੇ ਉੱਤੇ ਪਹੁੰਚ ਰਹੇ ਨੇ। ਕੇਸਰੀ ਨਿਸ਼ਾਨ ਸਾਹਿਬ, ਬਹੁਤ ਗੂੜਾ ਨਾਤਾ ਦੀਪ ਸਿੱਧੂ ਨੂੰ ਲੈ ਕੇ ਜਿਹੜੇ ਲੋਕਾਂ ਨੇ ਉਸ ਦੇ ਉੱਤੇ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ, ਉਹ ਇਸ ਕੇਸਰੀ ਨਿਸ਼ਾਨ ਨੂੰ ਲੈ ਕੇ ਵੀ ਦੀਪ ਸਿੱਧੂ ਨੇ ਆਪਣੀ ਆਵਾਜ਼ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਬੁਲੰਦ ਕੀਤੀ। ਸੋ ਉਸੇ ਮੁਹੱਬਤ ਦਾ ਸਬੂਤ ਦਿੰਦਿਆਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਇਕੱਠ ਹੈ ਸੰਗਤ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਦੇ ਰੂਪ ਦੇ ਵਿੱਚ ਵੇਖ ਰਹੇ ਹੋ ਕਿ ਹੱਥਾਂ ਦੇ ਵਿੱਚ ਜੋ ਤਸਵੀਰਾਂ ਕਿ ਕੌਮੀ ਸ਼ਹੀਦ ਦੀਪ ਸਿੱਧੂ ਅਮਰ ਰਹੇ। ਬਾਪੂ ਜੀ ਬਹੁਤ ਛੇਤੀ ਤੁਰ ਗਿਆ। ਵੀਰ ਜੀ, ਜਿਹੜੇ ਯੋਧੇ ਹੁੰਦੇ ਨਾ, ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ, ਉਹਨਾਂ ਦੀ ਲਾਈਫ ਬਹੁਤ ਥੋੜੀ ਹੁੰਦੀ ਆ। ਉਹਨਾਂ ਥੋੜੇ ਟਾਈਮ ਦੇ ਵਿੱਚ ਜ਼ਿਆਦਾ ਕੰਮ ਕਰਕੇ ਆਪਣਾ ਜਿਹੜਾ ਵਾ ਦੁਨੀਆ ਨੂੰ ਦਰਸਾਉਣਾ ਹੁੰਦਾ ਵਾ ਕਿ ਸਾਡਾ ਮਕਸਦ ਕੀ ਆ। ਅੱਜ ਜਿੰਨੇ ਵੀ ਨੌਜਵਾਨ ਇੱਥੇ ਇਕੱਠੇ ਹੋਏ ਆ, ਸਿਰਫ ਉਹਨਾਂ ਦੀ ਇੱਕ ਬੋਲ ਸੁਣ ਕੇ ਇਕੱਠੇ ਹੋਣ ਦਾ ਇਹੋ ਮਤਲਬ ਹੁੰਦਾ ਵਾ ਕਿ ਉਸ ਯੋਧੇ ਦੇ ਮਗਰ ਇਸ ਟਾਈਮ ਕਿੰਨਾ ਯੂਥ ਖੜਾ ਵਾ। ਮੈਂ ਅੰਮ੍ਰਿਤਸਰ ਸਾਹਿਬ ਤੋਂ ਆਇਆ ਸੀਗਾ, ਮੇਰਾ ਛੋਟਾ ਹਾਥੀ ਆ, ਅਤੇ ਮੈਂ ਲੁਧਿਆਣਾ ਆਇਆ ਸੀਗਾ ਸਮਾਨ ਛੱਡਣ। ਮੇਰਾ ਮਨ ਨਹੀਂ ਕੀਤਾ ਘਰ ਜਾਣ ਨੂੰ, ਮੈਂ ਵਾਪਸ ਆ ਗਿਆ। ਵੀਰ ਜੀ, ਤੁਸੀਂ ਕਿਹੜੀ ਥਾਂ ਤੋਂ ਆਏ ਹੋ? ਵੀਰੇ ਲੁਧਿਆਣੇ ਤੋਂ ਹੀ ਆ। ਦੱਸੋਗੇ ਇਸ ਥਾਂ ਦੇ ਬਾਰੇ? ਇੱਕ ਇਹ ਰਿਹਾਇਸ਼ ਜਿੱਥੇ ਆ, ਕਿਹੜੀ ਜਗ੍ਹਾ ਆ? ਰੀਕਾ ਪਿੰਡ ਆ ਬਾਈ ਯਾਰ, ਲੁਧਿਆਣੇ ਦੇ ਵਿੱਚ। ਦੀਪ ਸਿੱਧੂ ਬਾਈ ਇੱਥੇ ਰਹਿੰਦੇ ਸੀਗੇ, ਅਤੇ ਬਾਈ ਯਾਰ ਇੱਥੇ ਹੁਣ ਸਾਰੇ ਤੁਹਾਨੂੰ ਦੇਖੇ ਆ ਯੂਥ ਕਿੰਨਾ ਇਕੱਠਾ ਹੋਇਆ ਬਾਈ। ਇੱਕ ਇਨਕਲਾਬ, ਇੱਕ ਬਦਲਾਵ ਦਾ ਮਤਲਬ ਮਾਹੌਲ ਬਣਿਆ ਬਾਈ। ਹੋਣਾ ਚਾਹੀਦਾ। ਉਹ ਬੰਦਾ ਬਹੁਤ ਅੱਗੇ, ਮਤਲਬ ਉਹਨੂੰ ਬਾਈ ਕੁਛ ਵੀ ਨਹੀਂ ਕਹਿ ਸਕਦਾ, ਕੋਈ ਸਟੇਟਮੈਂਟ ਦੇਣ ਦਾ ਨਹੀਂ ਬਾਈ। ਜੋ ਹੋਇਆ ਬਹੁਤ ਗਲਤ ਹੋਇਆ, ਇਹ ਪਤਾ ਵੀ ਲੱਗੂਗਾ ਕੀ ਹੋਇਆ, ਪਰ ਇੱਥੋਂ ਹੁਣ ਲੋਕਾਂ ਨੂੰ ਠੱਲ ਨਹੀਂ ਪੈਣੀ ਚਾਹੀਦੀ ਬਾਈ, ਉੱਠਣਾ ਚਾਹੀਦਾ ਬਾਈ। ਬਹੁਤ ਜ਼ਿਆਦਾ ਮਾੜਾ ਹੋ ਗਿਆ ਬਾਈ। ਇੱਕ ਬੰਦੇ 'ਚ ਮਤਲਬ ਇੱਕ ਗੁਣ ਸੀਗਾ ਵੀ ਕੋਈ ਕਹਿਣ ਦਾ ਨਾ ਮਤਲਬ ਬੰਦੇ ਸੁਣਦੇ ਸੀ ਉਹਨੂੰ ਬਾਈ, ਬੋਲਦੇ ਬਾਈ। ਮੈਂ ਕਹਿੰਦਾ ਸੰਤਾਂ ਤੋਂ ਬਾਅਦ ਮਤਲਬ ਜਦੋਂ ਟਾਈਮ ਉੱਠਿਆ, ਮਤਲਬ ਇੱਕ ਸਪੀਚ ਹੁਣ ਵੀ ਸੁਣਦੇ ਹਾਂ ਅਸੀਂ, ਕਈ ਵਾਰ YouTube 'ਤੇ ਚੱਲਦੀ ਹੁੰਦੀ ਜਾਂ ਕਿਤੇ ਵੀ ਬਾਈ, ਇੱਕ ਅੱਗ ਲੱਗਦੀ ਨਾ ਅੰਦਰ, ਉਹ ਚੀਜ਼ ਬਾਈ ਹੁੰਦੀ ਸੀ ਬਾਈ। ਉਹ ਬੰਦੇ 'ਚ ਇੱਕ ਮਤਲਬ ਅੱਗ ਸੀ ਯਾਰ। ਬਿਲਕੁਲ ਆ ਨਾ। ਬਹੁਤ ਸਾਰੇ ਨੌਜਵਾਨ ਇਹ ਗੱਲ ਕਹੀ ਆ ਸਾਨੂੰ ਪਿੱਛੇ ਵੀ, ਕਹਿੰਦੇ ਉਬਾਲ ਉੱਠਦਾ ਜਦੋਂ ਦੀਪ ਬੋਲਦਾ ਸੀ ਨਾ, ਤਾਂ ਅੰਦਰੋਂ ਇੱਕ ਉਬਾਲ ਉੱਠਦਾ ਸੀ ਯਾਰ ਵੀ ਜੋ ਕਹਿੰਦਾ ਕੀਤਾ ਜਾਵੇ। ਕਿਹੜੀ ਥਾਂ ਤੋਂ ਆਏ ਹੋ? ਭਾਜੀ ਲੁਧਿਆਣੇ ਤੋਂ ਹੀ ਹੈ ਜੀ। ਹਾਂਜੀ ਭਾਜੀ, ਮੇਰੇ ਕੋਲ ਲਫ਼ਜ਼ ਨਹੀਂ ਹੈ ਦੀਪ ਬਾਈ ਦੀ ਸ਼ਾਨ ਵਾਸਤੇ, ਠੀਕ ਹੈ, ਪਰ ਇਹ ਆ ਵੀ ਪੂਰੇ ਪੰਜਾਬ ਨੂੰ ਘਾਟਾ ਪੈ ਗਿਆ, ਬਹੁਤ ਵੱਡਾ ਘਾਟਾ ਪੈ ਗਿਆ ਜੋ ਪੂਰਾ ਨਹੀਂ ਹੋਣਾ ਕਦੀ, ਕਿਉਂਕਿ ਨਾ ਤਾਂ ਦੀਪ ਸਿੱਧੂ ਕਿਸੇ ਨੇ ਬਣਨਾ, ਨਾ ਕਿਸੇ ਤੋਂ ਬਣਿਆ ਜਾਣਾ। ਬਿਲਕੁਲ। ਤਸਵੀਰਾਂ ਤੁਸੀਂ ਦੇਖੋ ਵੀ
ਕਿੰਨੀ ਵੱਡੀ ਇਕੱਤਰਤਾ ਜਿਹੜੀ ਆ ਉਹ ਹੋ ਰਹੀ ਆ, ਆਪ ਮੁਹਾਰੇ ਸੰਗਤ ਪਹੁੰਚ ਰਹੀ ਆ। ਦੀਪ ਸਿੱਧੂ ਜੋ ਨਹੀਂ ਰਿਹਾ ਹੁਣ ਸਾਡੇ ਵਿੱਚ, ਦੀਪ ਸਿੱਧੂ ਨਹੀਂ ਰਿਹਾ, ਪਰ ਦੀਪ ਨੂੰ ਪਿਆਰ ਕਰਨ ਵਾਲੇ, ਜਿਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਸੀਗਾ ਜਦੋਂ ਦੀਪ ਸਿੱਧੂ ਦੇ ਨਾਲ ਮੁਲਾਕਾਤ ਹੋਣੀ, ਦੀਪ ਸਿੱਧੂ ਨੂੰ ਸੁਣਨਾ। ਸੋ ਬਹੁਤ ਵੱਡੀ ਇਕੱਤਰਤਾ ਇਸ ਵੇਲੇ ਜਿਹੜੀ ਆ ਉਹ ਦੀਪ ਸਿੱਧੂ ਦੇ ਘਰ ਦੇ ਬਾਹਰ ਆ। ਤੇ ਤੁਸੀਂ ਜੈਕਾਰਿਆਂ ਦੀ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਜ਼ਰੂਰ ਪੈਂਦੀ ਹੋਏਗੀ। ਦੀਪ ਸਿੱਧੂ ਦੀਆਂ ਤਸਵੀਰਾਂ, ਦੀਪ ਸਿੱਧੂ ਦੇ ਨਾਂ ਦੇ ਨਾਲ, ਦੀਪ ਸਿੱਧੂ ਅਮਰ ਰਹੇ, ਦੀਪ ਸਿੱਧੂ ਦੀ ਸੋਚ ਹਮੇਸ਼ਾ ਕਾਇਮ ਰਹੇ। ਸੋ ਇਹ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੀਪ ਸਿੱਧੂ ਦੇ। ਦੇਖੋ ਵੀਰ ਜੀ, ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਇਹ ਸਭ ਨਾਰੇ ਉਸ ਥਾਂ ਤੇ ਨੇ ਜਿੱਥੇ ਦੀਪ ਸਿੱਧੂ ਸੋ ਇੱਕ ਛੋਟੀ ਬੱਚੀ ਦੀਪ ਸਿੱਧੂ ਅਮਰ ਰਹੇ ਦੇ ਨਾਰੇ ਜਿਹੜੇ ਆ ਉਹ ਤੁਹਾਡੇ ਕੰਨਾਂ ਦੇ ਵਿੱਚ ਗੂੰਜਦੇ ਹੋਣਗੇ। ਅਮਰ ਰਹੇ, ਅਮਰ ਰਹੇ, ਅਮਰ ਰਹੇ, ਅਮਰ ਰਹੇ, ਜ਼ਿੰਦਾਬਾਦ, 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 ਜ਼ਿੰਦਾਬਾਦ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਪਹਿਰਾ ਦਿਆਂਗੇ ਠੋਕ ਕੇ, ਪਹਿਰਾ ਦਿਆਂਗੇ ਠੋਕ ਕੇ। ਵਾਹਿਗੁਰੂ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ ਮੇਰੇ ਦੇਖਿਓ ਮਨੇ ਪਲੀਜ਼ ਬੇਨਤੀ। ਵਾਹਿਗੁਰੂ ਜੀ ਇੱਕ ਵੱਖਰਾ ਜੋਸ਼, ਇੱਕ ਵੱਖਰਾ ਜਿਹੜਾ ਸੰਗਤ ਦੇ ਵਿੱਚ ਦਰਸ਼ਨ ਕਰਨ ਦਾ, ਆਖਰੀ ਝਲਕ ਪਾਉਣ ਦਾ। ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਵੇਖ ਰਹੇ ਹੋ। ਬਹੁਤ ਵੱਡਾ ਇਕੱਠ ਹੈ ਜਿਹੜਾ, ਬਹੁਤ ਵੱਡਾ ਇਕੱਠ। ਸੰਗਤ ਆਪਣੇ ਜਜ਼ਬਾਤ ਜਿਹੜੇ ਨੇ, ਜਜ਼ਬਾਤ ਦੇ ਉੱਤੇ ਕਾਬੂ ਕਰਨਾ ਇਸ ਵੇਲੇ ਇੰਦਰ ਜੀ ਕੱਢਦੇ ਭਾਈ ਸਭ ਤੋਂ ਅਹਿਮ ਹੋ ਜਾਂਦਾ। ਦੇਖਿਓ ਵਾਹਿਗੁਰੂ ਜੀ, ਵੀਰੇ ਧੱਕਾ ਨਾ ਮਾਰੋ ਯਾਰ। ਜਿਹੜੀ ਸੰਗਤ ਦਾ ਵੱਡੇ ਪੱਧਰ ਤੇ ਜਮਾਵੜਾ ਜਿਹੜਾ ਆ, ਦੀਪ ਸਿੱਧੂ ਜ਼ਿੰਦਾਬਾਦ, ਬਹੁਤ ਵਧੀਆ ਵਿਊ ਹੈ। ਹਰ ਪਾਸੇ ਇੱਕੋ ਗੱਲ, ਇੱਕੋ ਨਾਰਾ ਕਿ ਦੀਪ ਸਿੱਧੂ ਅਮਰ ਰਹੇ, ਦੀਪ ਸਿੱਧੂ ਜ਼ਿੰਦਾਬਾਦ। ਸੋ ਜਜ਼ਬਾਤ ਜਿਹੜੇ ਆ ਉਹ ਇਸ ਵੇਲੇ ਮਾਹੌਲ ਬਹੁਤ ਭਾਵੁਕਤਾ ਵਾਲਾ ਬਣਿਆ ਹੋਇਆ। ਆਪਣੇ ਉਸ ਭਰਾ ਨੂੰ ਯਾਦ ਕਰ ਰਹੇ ਨੇ, ਆਪਣੇ ਉਸ ਬੱਚੇ ਨੂੰ ਯਾਦ ਕਰ ਰਹੇ ਨੇ ਜੋ ਹੁਣ ਸਾਡੇ ਵਿੱਚ ਨਹੀਂ ਰਿਹਾ। ਦੀਪ ਸਿੱਧੂ ਜੋ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਦੀਪ ਸਿੱਧੂ ਹਮੇਸ਼ਾ ਲਈ ਸਾਨੂੰ ਜਿਹੜਾ ਉਹ ਛੱਡ ਕੇ ਤੁਰ ਗਿਆ। ਲਗਾਤਾਰ ਅਪੀਲ ਕੀਤੀ ਜਾ ਰਹੀ ਆ ਸੰਗਤ ਨੂੰ ਕਿ ਸੰਜਮ ਬਣਾ ਕੇ ਰੱਖਿਆ ਜਾਵੇ, ਕਿਉਂਕਿ ਅਜਿਹੇ ਮੌਕੇ ਦੇ ਉੱਤੇ ਬਹੁਤ ਮੁਸ਼ਕਿਲ ਆ ਜਜ਼ਬਾਤਾਂ ਨੂੰ ਕਾਬੂ 'ਚ ਰੱਖਣਾ। ਭਾਵੁਕ ਹੋਣਾ ਲਾਜ਼ਮੀ ਆ, ਸੁਭਾਵਿਕ ਆ, ਕਿਉਂਕਿ ਇਸ ਛੋਟੀ ਉਮਰ ਦੇ ਵਿੱਚ ਜਦੋਂ ਦੀਪ ਨੂੰ ਵੱਡੇ ਪੱਧਰ ਦੇ ਉੱਤੇ ਸੁਣਿਆ ਜਾਣ ਲੱਗਾ, ਦੀਪ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਸੀ। ਤਾਂ ਸੋ ਇਸ ਵੇਲੇ ਉਹਨਾਂ ਦੇ ਭੈਣ ਦੀਪ ਸਿੱਧੂ ਦੇ ਸਿਸਟਰ ਦੀਪ ਸਿੱਧੂ ਦੇ ਭੈਣ ਜੀ ਪਹੁੰਚੇ ਨੇ। ਦੀਪ ਸਿੱਧੂ ਦੇ ਭੈਣ ਜੀ ਪਹੁੰਚੇ ਨੇ। ਵੀਰੇ ਕਿਹੜੀ ਥਾਂ ਤੋਂ ਆਇਆ ਭੈਣ ਜੀ? ਕਨਫਰਮ ਨਹੀਂ ਹੈ। ਹਾਂ ਬਚਾ ਕੇ ਸੋ
ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ। ਅੱਗੇ ਵੀ ਅਸੀਂ ਜਾ ਕੇ ਆਏ ਹਾਂ, ਪਰ ਜਜ਼ਬਾਤ ਬਹੁਤ ਇਸ ਵੇਲੇ ਸਭ ਤੋਂ ਵੱਡਾ ਕੰਮ ਜਜ਼ਬਾਤਾਂ ਤੇ ਕਾਬੂ ਰੱਖਣਾ। ਹਰ ਇੱਕ ਇੱਥੇ ਪਹੁੰਚਿਆ ਹੋਇਆ ਸ਼ਖਸ ਜਿਹੜਾ ਭਾਵੁਕ ਹੈ, ਆਖਰੀ ਇੱਕ ਵਾਰੀ ਝਲਕ ਪਾਉਣ ਨੂੰ ਭਾਵੁਕ ਹੈ ਦੀਪ ਸਿੱਧੂ ਦੀ। ਸੋ ਨੌਜਵਾਨਾਂ ਦਾ ਜੋਸ਼, ਦੀਪ ਸਿੱਧੂ ਦੇ ਸਮਰਥਨ ਦੇ ਵਿੱਚ ਨਾਰੇ ਤੁਸੀਂ ਸੁਣ ਸਕਦੇ ਹੋ। ਸੋ ਇਸ ਵੇਲੇ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਦੀਪ ਸਿੱਧੂ ਦੇ ਘਰ ਦੇ ਬਾਹਰ ਬਹੁਤ ਵੱਡਾ ਇਕੱਠ ਸੰਗਤ ਦਾ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਨੌਜਵਾਨ ਜਿਹੜੇ ਨੇ ਬਹੁਤ ਭਾਵੁਕ ਕਰਨ ਵਾਲਾ ਵੇਲਾ ਇਸ ਵੇਲੇ ਇੱਕ ਦਰਸ਼ਨ ਦੇ ਲਈ, ਆਖਰੀ ਦੀਦਾਰੇ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਜਿੱਥੇ ਵੀ ਬੈਠੀਆਂ ਨੇ ਉਹ ਪਹੁੰਚ ਰਹੀਆਂ ਨੇ ਇਸ ਵੇਲੇ। ਤਰੀਕੇ ਉਸ ਥਾਂ ਘੁੰਮਣ ਕਲੋਨੀ ਜਿੱਥੇ ਦੀਪ ਸਿੱਧੂ ਦਾ ਪਰਿਵਾਰ ਰਹਿੰਦਾ, ਸੋ ਇਸ ਵੇਲੇ ਇਕੱਠ ਬਹੁਤ ਜ਼ਿਆਦਾ। ਕੌਣ ਰਹਿੰਦੇ ਨੇ ਜੀ ਇੱਥੇ? ਮਨਦੀਪ। ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਜੀ? ਰਾਏਕੋਟ। ਤੁਸੀਂ ਕੁਝ ਦੱਸ ਸਕਦੇ ਹੋ ਇੱਥੇ ਦੇ ਬਾਰੇ? ਪਹਿਲਾਂ ਦੀਪ ਸਿੱਧੂ ਨੂੰ ਕਦੇ ਇੱਥੇ ਮਿਲੇ ਹੋ ਇਸ ਥਾਂ ਦੇ ਉੱਤੇ? ਇੱਥੇ ਮਿਲੇ ਨਹੀਂ ਕਦੇ। ਉਹਨਾਂ ਦਾ ਛੋਟਾ ਭਰਾ ਮਨਦੀਪ ਰਹਿੰਦਾ ਹੈ ਨਾ ਇਸ ਤਰ੍ਹਾਂ? ਦੀਪ ਸਿੱਧੂ ਐਡਵੋਕੇਟ, ਉਹ ਇੱਥੇ ਰਹਿੰਦਾ। ਕਿੰਨੇ ਵਜੇ ਪਹੁੰਚ ਗਏ ਸੀ ਅੱਜ ਤੁਸੀਂ? ਅਸੀਂ ਤਾਂ ਪਹਿਲਾਂ ਸ਼ੰਭੂ ਚਲੇ ਗਏ ਸੀ ਕਿ ਸਵੇਰ ਜਾ ਕੇ। ਹਾਂ, ਪਹਿਲਾਂ ਸ਼ੰਭੂ ਤੋਂ ਹੁਣ ਨਾਲ ਐਂਬੂਲੈਂਸ ਦੇ ਆਏ ਹਾਂ। ਜਦੋਂ ਕੱਲ ਪਤਾ ਲੱਗਦਾ ਵੀ ਆਹ ਭਾਣਾ ਵਾਪਰ ਗਿਆ, ਸਭ ਤੋਂ ਪਹਿਲਾਂ ਯਕੀਨ ਨਹੀਂ ਆਇਆ ਵੀ ਇਹ ਵੀ ਕੁਝ ਹੋ ਸਕਦਾ, ਪਰ ਬਸ ਕਿੱਥੇ ਪਹਿਲੀ ਵਾਰ ਕਿੱਥੇ ਮਿਲੇ ਸੀਗੇ ਤੁਸੀਂ? ਦੀਪ ਸਿੱਧੂ ਨੂੰ ਮੈਂ ਪਹਿਲੀ ਵਾਰੀ 5 ਕਰਾਈਆਂ, ਉਦੋਂ ਵਕਤ ਨਾਲ ਹੀ ਇਹ ਜਿਹੜੇ ਪਲ ਨੇ ਨਾ ਹਰ ਕਿਸੇ ਨੂੰ ਭਾਵੁਕ ਕਰ ਰਹੇ ਨੇ। ਜੋ ਵੀ ਦੀਪ ਨੂੰ ਪਿਆ ਕਤਲ ਹੋਇਆ ਜੀ, ਕਤਲ ਹੋਇਆ ਦੀਪ ਦਾ ਕਤਲ ਹੋਇਆ, ਸਰਕਾਰ ਨੇ ਕੀਤਾ। ਕਤਲ ਹੋਇਆ ਕਤਲ ਕੀਤਾ ਵਾ ਇਹਦਾ, ਸਰਕਾਰ ਨਹੀਂ ਇਹਦੀ ਆਵਾਜ਼ ਚੱਲ ਸਕੀ ਜੋ ਇਹ ਖੜ ਕੇ ਬੰਗਾਰਦਾ ਸੀਗਾ, ਨਹੀਂ ਚੱਲਿਆ ਹੋਇਆ ਸਰਕਾਰ ਤੋਂ। ਸਰਕਾਰ ਘਿਨਾਉਣੇ ਤਰੀਕਿਆਂ ਤੇ ਆ ਗਈ, ਮੁਕਾਬਲਾ ਕਰਦੀ ਜਿਵੇਂ ਇਹ ਕਰਦਾ ਸੀਗਾ, ਜਵਾਬ ਦਿੰਦੀ ਇਹਦਾ, ਪਰ ਨਹੀਂ, ਸਰਕਾਰ ਨੇ ਇਹਦਾ ਕਤਲ ਕੀਤਾ। ਕਤਲ ਕਰਕੇ ਵੀ ਇਹਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਆ। ਉੱਥੋਂ ਕੋਈ ਤੁਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਵੀ ਉੱਥੇ ਜਿਹੜਾ ਹਾਦਸਾ ਹੋਇਆ ਉੱਥੇ ਪੁਲਿਸ ਨੇ ਕੀ ਕਾਰਵਾਈ ਕੀਤੀ? ਹੁਣ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਗੱਡੀ ਦਾ 에ਅਰ ਬੈਗ ਖੁੱਲ੍ਹਦਾ ਵਾ, ਮੌਤ ਹੋ ਹੀ ਨਹੀਂ ਸਕਦੀ। ਫਿਰ ਡਰਾਈਵਿੰਗ ਸੀਟ ਤੇ ਬੈਠਾ ਬੰਦਾ, ਬੈਲਟ ਲੱਗੀ ਹੋਈ ਆ, ਉਹ ਪਿਛਲੇ ਪਾਸੇ ਸੀਟ ਤੇ ਐਸ ਨੋਟ ਕਿਵੇਂ ਡਿੱਗੂਗਾ? ਜਾ ਕੇ ਡਿੱਗ ਸਕਦਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਬਹੁਤ ਸਵਾਲ ਖੜੇ ਕਰਦੀ ਆ ਜਿਸ ਤਰੀਕੇ ਦੇ ਉੱਥੋਂ ਤਸਵੀਰਾਂ ਸਾਹਮਣੇ ਆਈਆਂ ਨੇ। ਕਤਲ ਆ, ਪਰ ਅਸੀਂ ਹਿੰਦੁਸਤਾਨ ਤੋਂ ਤਾਂ ਸਾਨੂੰ ਯਕੀਨ ਹੈ ਨਹੀਂਗਾ ਕਿ ਇਹ ਇਹਦਾ ਕੁਝ ਕਰਨਗੇ। ਅਸੀਂ ਬਾਹਰਲੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਹੀਰਾ ਸੀ ਇਹ, ਸਾਨੂੰ ਇਹਦੀ ਪੜਤਾਲ ਕਰਕੇ ਦੱਸੋ ਵੀ ਇਹ ਕਿਵੇਂ ਮਾਰਿਆ ਤੇ ਕਿਹਨੇ ਮਾਰਿਆ, ਕਿਵੇਂ ਇਹਦਾ ਕਤਲ ਕੀਤਾ, ਕਿਉਂ ਇੰਨੀ ਡਰ ਗਈ ਸਰਕਾਰ ਇਹ ਤੋਂ? ਤੁਹਾਨੂੰ ਉਹਦਾ ਕੀ ਲੱਗਦਾ ਹੈ ਨਾ? ਦੀਪ ਸਿੱਧੂ ਨੇ 3 ਦਿਨ ਪ੍ਰਚਾਰ ਕੀਤਾ ਅਮਰਗੜ੍ਹ ਦੇ ਵਿੱਚ, ਜੋ ਆਵਾਜ਼ਾਂ ਆਉਣੀਆਂ ਨੇ ਉੱਥੇ ਕਹਿੰਦੇ ਵੀ ਮਾਹੌਲ ਹੀ ਬਦਲ ਗਿਆ। ਜਦੋਂ ਪੰਜਾਬ 'ਚ ਹੀ ਬਦਲ ਗਿਆ ਜੀ ਮਾਹੌਲ, ਸਾਰੇ ਪੰਜਾਬ 'ਚ ਹੀ ਮਾਹੌਲ ਬਦਲ ਗਿਆ। ਲੋਕਾਂ ਨੇ ਝਾੜੂ ਸਿੱਟ ਤੇ ਕੁਰਬਾਨਾਂ ਚੱਕ ਲਈਆਂ। ਬਸ ਇਹ ਸਰਕਾਰ ਤੋਂ ਨਹੀਂ ਚੱਲ ਹੋਇਆ। ਇੱਕ ਇਹੋ ਜਿਹਾ ਚਿਹਰਾ, ਹੱਸੂ ਕਰਦਾ ਚਿਹਰਾ, ਹਾਂਜੀ ਤੋਂ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਨੀ, ਯਕੀਨ ਵਾਕਈ ਕਰਨਾ ਜਿਹੜਾ ਆ ਬਹੁਤ ਮੁਸ਼ਕਲ ਆ ਕਿ ਸੰਦੀਪ ਸਿੰਘ ਸਿੱਧੂ, ਦੀਪ ਸਿੱਧੂ ਅੱਜ ਸਰੀਰਕ ਤੌਰ ਤੇ ਨਹੀਂ ਰਿਹਾ ਸਾਡੇ ਵਿੱਚ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਦੀਪ ਸਿੱਧੂ ਨੇ ਇਸ ਸਮੇਂ ਦੇ ਵਿੱਚ ਜਿਹੜੀਆਂ ਸਪੀਚਾਂ, ਜਿਹੜੀਆਂ ਗੱਲਾਂ ਕਰ ਦਿੱਤੀਆਂ, ਉਹ ਕੋਈ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ ਕਰ ਪਾਉਂਦਾ। ਲੱਖਾਂ ਦੇ ਵਿੱਚ ਕੋਈ ਵਿਰਲਾ ਹੁੰਦਾ ਜੋ ਇਸ ਤਰੀਕੇ ਦੇ ਵਿਚਾਰ ਰੱਖਦਾ, ਜੋ ਇਸ ਤਰੀਕੇ ਲੋਕਾਂ ਤੇ ਅਸਰ ਰੱਖਦਾ। ਸੋ ਸੰਗਤ ਨੂੰ ਲਗਾਤਾਰ ਜਿਹੜਾ ਆ ਅਪੀਲ ਕੀਤੀ ਜਾ ਰਹੀ ਆ ਕਿ ਜਿਹੜਾ ਉਹ ਸੰਯਮ ਬਣਾ ਕੇ ਰੱਖੋ, ਤੁਸੀਂ ਠਰਮੇ ਦੇ ਨਾਲ ਜ਼ਰੂਰ ਇਸ ਵੇਲੇ ਪੇਸ਼ ਆਓ, ਕਿਉਂਕਿ ਪਰਿਵਾਰ ਜਿਹੜਾ ਉਹਦਾ ਪਹੁੰਚਣਾ ਬੇਹੱਦ ਜ਼ਰੂਰੀ ਆ। ਇੰਤਜ਼ਾਰ ਹੋ ਰਿਹਾ ਪਰਿਵਾਰ ਦੇ ਮੈਂਬਰਾਂ ਦਾ। ਦੀਪ ਸਿੱਧੂ ਦੇ ਪਤਨੀ ਜਿਹੜੇ
ਬੰਬੇ ਤੋਂ ਜਿਹੜੇ ਆ ਉਹ ਵੀ ਪਹੁੰਚਣ ਵਾਲੇ ਨੇ। ਆਪ ਮੁਹਾਰੇ ਤੁਸੀਂ ਆਪ ਮੁਹਾਰੇ ਹੋਇਆ ਇਹ ਇਕੱਠ ਦੇਖ ਸਕਦੇ ਹੋ, ਕਿਉਂਕਿ ਕਿਸੇ ਨੇ ਵੀ ਜਦੋਂ ਇਹ ਖਬਰ ਜਦੋਂ ਕਿਸੇ ਦੇ ਕੰਨਾਂ 'ਚ ਪਈ, ਮੋਬਾਈਲ ਫੋਨਾਂ ਤੇ ਦੇਖੀ, ਤਾਂ ਪਹਿਲੀ ਵਾਰ 'ਚ ਕਿਸੇ ਨੂੰ ਯਕੀਨ ਨਹੀਂ ਆਉਂਦਾ। ਹਰ ਕਿਸੇ ਨੂੰ ਲੱਗਦਾ ਕਿ ਸ਼ਾਇਦ ਇਹ ਝੂਠ ਹੋਵੇ, ਇਹ ਫੇਕ ਹੋਵੇ, ਪਰ ਇਹ ਸੱਚ ਹੋ ਨਿਬੜਿਆ। ਦੀਪ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਹਾਂ ਦੇਖੋ, ਕੀ ਹਾਂਜੀ ਸਰਕਾਰ ਨੇ ਸਾਤੋਂ ਬੇਸ਼ੱਕ ਦੀਪ ਸਿੱਧੂ ਸਰੀਰਕ ਰੂਪ ਚ ਖੋਹ ਲਿਆ, ਪਰ ਸੋਚ ਆ ਦੀ ਜਿਹੜੀ ਸਰਕਾਰ ਉਹ ਨਹੀਂ ਖੋ ਸਕਦੀ। ਹੁਣ ਘਰ ਘਰ ਦੇ ਵਿੱਚੋਂ ਇੱਕ ਦੀਪ ਜੰਮੂਗਾ। ਅਸੀਂ ਦੀਪ ਦੀ ਲੜਾਈ ਉੱਥੋਂ ਹੀ ਜਿੱਥੋਂ ਖਤਮ ਕਰਕੇ ਗਿਆ ਉੱਥੋਂ ਸ਼ੁਰੂ ਕਰਕੇ ਐਂਡ ਤੱਕ ਪਹੁੰਚਾਵਾਂਗੇ। ਔਰ ਸਾਡੀ ਉਹਨੂੰ ਇਹੀ ਸ਼ਰਧਾਂਜਲੀ ਆ ਕਿ ਜਿਹੜਾ ਉਹ ਮਿਸ਼ਨ ਲੈ ਕੇ ਚੱਲਿਆ ਅਸੀਂ ਉਹ ਪੂਰਾ ਕਰਕੇ ਹਟਾਂਗੇ, ਚਾਹੇ ਸਾਨੂੰ ਵੀ ਸਰਕਾਰ ਮਾਰਨਾ ਮਾਰ ਸਕਦੀ ਆ, ਮਰਨ ਲਈ ਵੀ ਤਿਆਰ ਆ। ਹੁਣ ਜਦੋਂ ਸਾਡੀ ਰੂਹ ਹੀ ਸਾਤੋਂ ਖੋਹ ਲਈ, ਸਾਡੇ ਕੋਲੇ ਹੋਰ ਤਾਂ ਹੁਣ ਅਸੀਂ ਲੜਾਂਗੇ। ਸਿੱਧੂ ਦੇ ਉੱਤੇ ਨਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਕੀਤੇ, ਚਾਹੇ ਜਥੇਬੰਦੀਆਂ ਦੇ ਆਗੂਆਂ ਦੇ ਸੀਗੇ, ਹੋਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਕੋਈ ਬੁੱਧੀਜੀਵੀ ਕਹਾਉਂਦਾ, ਕੋਈ ਮਾਹਰ ਕਹਾਉਂਦਾ, ਪਰ ਅੱਜ ਦੇਖੋ ਕੋਈ ਇਲਜ਼ਾਮ ਸਾਬਤ ਨਹੀਂ ਹੋਇਆ। ਦੀਪ ਬੇਦਾਗ ਦੀਪ ਜਿਹੜਾ ਇਹ ਤਾਂ ਮੈਂ ਜਿਹਨੂੰ ਮਰਜ਼ੀ ਕਹਿ ਦਿੰਦਾ ਫਲਾਨਾ ਚੋਰ ਆ। ਗੱਲ ਤਾਂ ਜਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਇੱਥੇ ਪਤਾ ਲੱਗਦਾ ਨਾ ਕਿ ਉਹ ਕੀ ਸੀ। ਚੋਰ ਹੁੰਦਾ ਇਹਨੇ ਮਗਰ ਥੋੜੀ ਹੁੰਦੇ ਲੋਕ। ਮੰਮਾ ਜੀ ਦੱਸੋ ਜੀ। ਬਿਲਕੁਲ ਕਹਿੰਦੇ ਜੇ ਵਾਕਈ ਕੋਈ ਦਾਗ ਹੁੰਦਾ ਸੱਚਾ ਤਾਂ ਆ ਲੋਕ ਆਪਣੇ ਆਪ ਨਹੀਂ ਸੀ। ਸਾਰੀ ਪਬਲਿਕ ਆ ਤੁਹਾਨੂੰ ਦੇਖਦਾ, ਇਕੱਠ ਕਿੱਥੇ ਦਾ, ਗੱਡੀਆਂ ਜਾਮ ਲੱਗੀਆਂ, ਲੁਧਿਆਣਾ ਸਾਰਾ ਜਾਮ ਕਰਿਆ ਪਿਆ ਜੀ। ਥਾਂ ਤੋਂ ਆਏ ਤੁਸੀਂ? ਅਸੀਂ ਪੈਲ ਤੋਂ ਜੀ, ਪੈਲ ਡਿਸਟ੍ਰਿਕਟ ਲੁਧਿਆਣਾ। ਤੁਹਾਡੇ ਨੇੜੇ ਹੀ ਹੈ ਨਾ ਅਮਰਗੜ੍ਹ ਹਲਕਾ ਪੈ ਜਾਂਦਾ। ਉਹ ਦੀਪ ਨੇ ਉੱਥੇ ਪ੍ਰਚਾਰ ਕੀਤਾ। 4 ਦਿਨ ਪਹਿਲਾਂ ਇਕੱਠੇ ਸੀਗੇ ਜੀ, ਨਾਲ ਸੀਗੇ ਜੀ, ਇਕੱਠੇ ਸੀਗੇ। ਕੋਈ ਨਹੀਂ ਅਸੀਂ 4 ਦਿਨ ਪਹਿਲਾਂ ਵੀ ਅਸੀਂ ਇਕੱਠੇ ਰਹੇ ਹਾਂ ਜੀ, ਬਹੁਤ ਦਿਨ ਇਕੱਠੇ ਰਹੇ ਹਾਂ ਉੱਥੇ। ਤੇ ਪਿੰਡ ਤਲਵਾੜਾ ਪਲਮਿੰਦਰ ਬਾਬੇ ਦਾ, ਉਹਦੇ ਘਰੇ ਵੀ ਅਸੀਂ ਇਕੱਠੇ ਰਹੇ ਹਾਂ ਬਹੁਤ ਜ਼ਿਆਦਾ। ਤੇ ਬਹੁਤ ਵਧੀਆ ਬੰਦੇ ਸੀਗੇ, ਬਹੁਤ ਵਧੀਆ ਸੋਚ ਸੀਗੀ ਇਹਨਾਂ ਦੀ, ਹਰੇਕ ਧਰਮ ਨੂੰ ਪਿਆਰ ਕਰਦੇ ਸੀਗੇ, ਪਰ ਇਹਦੀ ਕਿਸੇ ਨੇ ਨਹੀਂ ਸੁਣੀ। ਸਰਕਾਰਾਂ ਨੇ ਬਹੁਤ ਜ਼ਿਆਦਤੀ ਕੀਤੀ ਹੈ ਬੰਦੇ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਪਹਿਲੀ ਵਾਰ ਤੁਸੀਂ ਕਦੋਂ ਮਿਲਦੇ ਹੋ ਦੀਪ ਨੂੰ? ਪਹਿਲੀ ਵਾਰ ਦੀਪ ਨਾਲ ਮੁਲਾਕਾਤ ਕਿੱਥੇ ਹੁੰਦੀ ਹੈ ਜੀ? ਸਾਡੀ ਮਾਨ ਸਾਹਿਬ ਕੋਲ ਹੁੰਦੀ ਆ ਜੀ, ਮਾਨ ਸਾਹਿਬ ਦੇ ਉੱਥੇ ਅਮਰਗੜ੍ਹ ਬਾਗ ਉੱਥੇ। ਇਸ ਵਾਰੀ ਜਦੋਂ ਹੁਣ ਉਹ ਕਰਦੇ ਸੀਗੇ, ਜਦੋਂ ਇਲੈਕਸ਼ਨ ਦੇ ਵਿੱਚ ਇਹ ਫਿਰਦੇ ਸੀਗੇ, ਉੱਥੇ ਸਾਡੀ ਇਹਨਾਂ ਨਾਲ ਮੁਲਾਕਾਤ ਹੁੰਦੀ ਆ। ਯਾਨੀ ਬਹੁਤ ਵਧੀਆ ਇਨਸਾਨ ਸੀਗੇ, ਇੱਕ ਕਿਸਮ ਦਾ ਇਨਕਲਾਬੀ ਇਨਸਾਨ ਸੀਗਾ। ਸੰਤਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲੇ ਬੰਦੇ ਸੀ ਬਸ। ਜਾਣੀ ਪੂਰਾ ਇਹ ਸਿੱਖ ਕੌਮ ਨੂੰ ਜਗਾਉਣੇ ਵਾਲੇ ਸੰਤਾਂ ਤੋਂ ਬਾਅਦ ਔਰ ਸਿਮਰਜੀਤ ਸਿੰਘ ਮਾਨ ਤੋਂ ਬਾਅਦ ਇਹ ਬੰਦੇ ਸੀਗੇ ਜਿਹੜੇ ਯੂਥ ਨੂੰ ਨਾਲ ਲੈ ਕੇ ਚੱਲ ਰਹੇ ਸੀ। ਹਰ ਹਰੇਕ ਕੰਮ ਦੇ ਵਿੱਚ ਸਿੱਖ ਕੌਮ ਦੇ ਹਰੇਕ ਉਹਦੇ ਵਿੱਚ ਮੋਢੀ ਸੀਗੇ ਇਹ। ਪਰ ਇਹਨਾਂ ਦੀ ਨਾ ਕਿਸਾਨਾਂ ਨੇ ਉੱਥੇ ਜਿਹੜੇ ਲੀਡਰ ਬਣੇ ਫਿਰਦੇ ਨੇ ਨਾ ਉਹਨਾਂ ਨੇ ਇਹਨਾਂ ਦੀ ਕਦਰ ਕਰੀ। ਸਭ ਨੂੰ ਮੋਢੀ ਜਾਣੀ ਦੇਣ ਇਹਨਾਂ ਦੀ ਤੀ, ਖੱਟ ਕੋਈ ਹੋਰ ਗਿਆ। ਰਾਜੇ ਵਾਲਾ ਨਹੀਂ ਖੱਟ ਗਏ ਜੀ, ਸਿੱਧੀਆਂ ਪੰਜਾਬੀ ਚ ਲਫ਼ਜ਼ ਨੇ। ਇਹਨਾਂ ਨੂੰ ਨਾ ਪੈਸੇ ਨਾ ਪਿਆਰ ਨਾ ਕਿਸੇ ਹੋਰ ਨਾਲ ਪਿਆਰ, ਜਾਣੀ ਕਹਿਣ ਦਾ ਮਕਸਦ ਇਹ ਹੈ ਜੀ। ਅੱਜ ਕਿਹੜੇ ਸ਼ਬਦ ਨੇ ਦੀਪ ਦੇ ਜਿਹੜੇ ਬਾਰ-ਬਾਰ ਜ਼ਿਹਨ 'ਚ ਘੁੰਮਦੇ ਨੇ, ਗੂੰਜਦੇ ਨੇ? ਬਾਰ-ਬਾਰ ਤਾਂ ਇਹੀ ਘੁੰਮਦੇ ਨੇ। ਸਾਡਾ ਜਿਹੜੇ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਹੱਕ ਨੇ, ਹਰੇਕ ਇਨਸਾਨ ਨੂੰ ਬਰਾਬਰਤਾ ਚਾਹੀਦਾ ਸੀ। ਇਹ ਸਾਡੇ ਬਾਰ-ਬਾਰ ਉਹਨਾਂ ਦੇ ਮਨ ਦੇ ਵਿੱਚ ਘੁੰਮ ਰਹੀ ਆ। ਠੀਕ ਆ, ਵੀਰ ਦੀ ਸੋਚ ਇੰਨੀ ਕੁ ਉੱਚੀ ਸੀ ਕਿ ਅਸੀਂ ਤੁਹਾਨੂੰ ਦੱਸੇ ਸਾਡੇ ਕੋਲ ਲਫ਼ਜ਼ ਨਹੀਂ ਹੈਗੇ, ਸਾਡੇ ਇੰਨੇ ਮਨ ਭਰੇ ਪਏ ਨੇ। ਪਰ ਅਸੀਂ ਵੀ ਹੁਣ ਤਕੜੇ ਹੋ ਕੇ ਵੀਰ ਦੀ ਸੋਚ ਤੇ ਪਹਿਰਾ ਦੇਵਾਂਗੇ, ਚਾਹੇ ਸਾਡੇ ਗਲ ਵੱਡੇ ਜਾਣ। ਅਸੀਂ ਪੰਜਾਬ ਲਈ ਜਿਵੇਂ ਉਹ ਚੱਲਿਆ ਸੀ ਉਸੇ ਤਰ੍ਹਾਂ ਚੱਲਾਂਗੇ ਪੰਜਾਬ ਲਈ ਅਸੀਂ। ਠੀਕ ਹੈ, ਵੀਰ ਦੀ ਸੋਚ ਤੇ ਹੀ ਚੱਲਾਂਗੇ। ਵੀਰ ਨੇ ਹਰੇਕ ਧਰਮ ਦਾ ਸਤਿਕਾਰ ਕੀਤਾ, ਠੀਕ ਹੈ, ਬਰਾਬਰ ਰੱਖਦਾ ਸੀਗਾ। ਪਰ ਇਹਨਾਂ ਨੇ ਕਾਮਰੇਡਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਹੈਗਾ। ਜਾ ਕੇ ਦਿੱਲੀ ਦੇ ਵਿੱਚ 26 ਜਨਵਰੀ ਨੂੰ ਵੀ ਉਹ ਤਾਂ ਬਲੇਵਲਾ, ਮੈਂ ਖੁਦ ਉਸ ਟਾਈਮ ਨਾਲ ਸੀਗਾ। ਤੇ ਇਹ ਤਾਂ ਲੰਘੇ ਸੀਗੇ ਉੱਥੋਂ, ਲੱਖਾਂ ਸੰਗਤ ਪਹਿਲਾਂ ਲਾਲ ਕਿਲੇ ਤੇ ਚਲੇ ਗਏ ਸੀ ਜਦ ਇਹਦਾ ਬਲੇਮ ਲੱਗਿਆ। ਇਹ ਤਾਂ ਬਹੁਤ ਮਗਰੋਂ ਗਿਆ ਉੱਥੇ। ਠੀਕ ਆ, ਫਿਰ ਵੀ ਉੱਥੇ ਦੇ ਕਾਮਰੇਡਾਂ ਨੇ ਉਹਦੇ ਮਗਰ ਬੰਦੇ ਲਾਏ, ਮਾਰਨ ਦੀ ਕੋਸ਼ਿਸ਼ ਕੀਤੀ। ਪਰ ਵੀਰ ਉੱਥੋਂ ਆਪਦੀ ਜਿਹੜੀ ਹੈਗੀ ਆ ਜ਼ਿੰਦਗੀ ਬਚਾ ਕੇ ਨਿਕਲਿਆ ਸੀਗਾ ਪੰਜਾਬ ਨੂੰ ਸੇਧ ਦੇਣ ਵਾਸਤੇ। ਪਰ ਪ੍ਰਮਾਤਮਾ ਨੇ ਆ ਭਾਣਾ ਬਹੁਤ ਬੁਰਾ ਦੁੱਖਦਾਈ ਸਾਡੇ ਤੇ ਲਿਆਤਾ ਜੀ। ਪਰ ਅਸੀਂ ਵੀਰ ਦੀ ਪੈਠ ਨਹੀਂ ਲੱਗਣ ਦਿੰਦੇ। ਜੇ ਇੱਕ ਦੀਪ ਗਿਆ ਅਸੀਂ 100 ਦੀਪ ਖੜੇ ਹੋਵਾਂਗੇ। ਹੁਣ ਵਾਹਿਗੁਰੂ ਜੀ ਕਾ ਖਾਲਸਾ। ਜਿੰਦਾਬਾਦ ਦੀਪ ਸਿੱਧੂ, ਜਿੰਦਾਬਾਦ ਦੀਪ ਸਿੱਧੂ, ਜਿੰਦਾਬਾਦ ਦੀਪ ਬਾਈ ਅਮਰ ਰਹੇ, ਦੀਪ ਬਾਈ ਅਮਰ ਰਹੇ, ਦੀਪ ਬਾਈ ਅਮਰ ਰਹੇ, ਦੀਪ ਸਿੱਧੂ ਜਿੰਦਾਬਾਦ, ਦੀਪ ਸਿੱਧੂ ਜਿੰਦਾਬਾਦ। ਇਹ ਜੋਸ਼,
ਇਹ ਜਜ਼ਬਾ ਇਹ ਦੀਪ ਸਿੱਧੂ ਭਰ ਕੇ ਗਿਆ। ਦੀਪ ਸਿੱਧੂ ਨੇ ਬਾਰ-ਬਾਰ ਜਦੋਂ ਇਤਿਹਾਸ ਫੋਲਾਂਗੇ ਤਾਂ ਇਹ ਸਮਾਂ ਜਦੋਂ ਨਿਕਲੂਗਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਹ ਨੌਜਵਾਨ ਜਿਹਦਾ ਆਪਣਾ ਸਾਰਾ ਐਸ਼ੋ ਆਰਾਮ, ਉਹ ਜ਼ਿੰਦਗੀ ਜਿਹਦੇ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀਗੀ, ਕਰੋੜਾਂ ਦੇ ਮਾਲਕ ਦੀਪ ਸਿੱਧੂ ਵੱਡੀ ਗੱਡੀ ਲਗਜ਼ਰੀ ਲਾਈਫ ਨੂੰ ਛੱਡ ਕੇ ਕਿਉਂ ਸੜਕਾਂ ਤੇ ਸੁੱਤਾ, ਉਹ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਦੱਸੀਆਂ ਜਾਣਗੀਆਂ, ਇਤਿਹਾਸ ਦਾ ਹਿੱਸਾ ਬਣਨਗੀਆਂ ਕਿ ਉਸ ਯੋਧੇ ਨੇ ਜ਼ਿੰਦਗੀ ਦੇ ਜਿਸ ਮੁਕਾਮ ਦੇ ਉੱਤੇ ਉਹ ਹੈ ਸੀ, ਜਿਹੜੀ ਵੀ ਸ਼ੈ ਜਿਹਦਾ ਵੀ ਉਸ ਵੇਲੇ ਇਸ ਉਮਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਬੰਦਾ ਕਲਪਨਾ ਕਰਦਾ, ਉਹ ਹਰ ਇੱਕ ਸ਼ੈ ਜਿਹੜੀ ਦੀਪ ਸਿੱਧੂ ਕੋਲ ਸੀ। ਪਰ ਫਿਰ ਵੀ ਦੀਪ ਨੇ ਆਪਣੇ ਲੋਕਾਂ ਦੇ ਲਈ, ਆਪਣੀ ਕੌਮ ਦੀ ਖਾਤਰ, ਆਪਣੇ ਸਮਾਜ ਦੀ ਖਾਤਰ ਸੰਘਰਸ਼ ਕੀਤਾ, ਆਪਣਿਆਂ ਦੇ ਨਾਲ, ਆਪਣਿਆਂ ਨੂੰ ਸਮਝਾਉਣ ਦੀ ਖਾਤਰ ਆਪਣੇ ਉੱਤੇ ਬਹੁਤ ਕੁਝ ਝੱਲਿਆ। ਆਪਣਿਆਂ ਨੇ ਗਦਾਰ ਦੇ ਦੋਸ਼ ਲਾਏ, ਆਪਣਿਆਂ ਨੇ ਕਿਹਾ ਕਿ ਦੀਪ ਸਿੱਧੂ ਨੇ ਤਾਂ ਸੰਘਰਸ਼ ਖਰਾਬ ਕਰਤਾ। ਦੀਪ ਸਿੱਧੂ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ, ਬਹੁਤ ਤਰ੍ਹਾਂ ਦੇ ਇਲਜ਼ਾਮ ਤਰਾਜ਼ੀ ਜਿਹੜੀ ਆ, ਬਹੁਤ ਕੁਝ ਜਿਹੜਾ ਦੀਪ ਸਿੱਧੂ ਨੇ ਸਿਹਾ। ਲਗਜ਼ਰੀ ਲਾਈਫ, ਮੈਂ ਬਾਰ-ਬਾਰ ਕਹਿ ਰਿਹਾ ਇਹਨਾਂ ਦੇ ਬਾਈ ਜਿਹੜੇ 26 ਜਨਵਰੀ ਦੀਪ ਬਾਈ ਨੂੰ ਗੱਦਾਰ ਕਹਿੰਦੇ ਸੀ ਜਾਂ ਹੋਰ ਵੀ ਕਈ ਨਾਂ ਲੈਂਦੇ ਸੀਗੇ, ਮੈਂ ਖੁਦ ਠੋਕ ਕੇ ਕਹਿੰਦਾ ਹਾਕਮ ਐਡਵੋਕੇਟ ਖੁਦ ਇੱਥੇ ਆਇਆ ਹੋਇਆ, ਉਹ ਬਾਈ ਨੂੰ ਕਾਮਰੇਡ ਕਹਿੰਦਾ ਸੀਗਾ ਤੇ ਪਲਟੀਨਾ ਕਹਿੰਦਾ ਸੀਗਾ। ਅੱਜ ਕਿਹੜੇ ਮੂੰਹ ਨਾਲ ਇੱਥੇ ਆਇਆ ਹੋਇਆ ਵਾ? ਜਵਾਬ ਦੇਵੇ ਕੌਮ ਨੂੰ। ਜੇ ਕੌਮ ਨਾਲ ਖੜਨਾ, ਜੁਰਤ ਨਾ ਖੜੋ, ਗੱਦਾਰੀਆਂ ਨਾ ਕਰੋ। ਸਾਡਾ ਬਾਈ ਗਿਆ, ਸਾਨੂੰ ਦੁੱਖ ਆ, ਤੇ ਅੱਜ ਕਿਹੜੇ ਮੂੰਹ ਨਾਲ ਇੱਥੇ ਆਇਆ ਵਾ? ਹੋਰ ਉਹਦੇ ਨਾਲ ਦੇ ਜਿੰਨੇ ਵੀ ਸੀਗੇ ਅੱਜ ਇੱਥੇ ਆਏ ਹੋਇਆ, ਆਦੇ ਵਿਊ ਲੈਣਾ ਆ ਤੇ ਨੰਬਰ ਬਣਾਉਣਾ ਆ, ਪਰ ਸਾਨੂੰ ਪਤਾ ਕਿਹੜਾ ਸੱਚਾ ਕਿਹੜਾ ਝੂਠਾ ਵਾ। ਤੇ ਅੱਜ ਮੈਨੂੰ ਜੇ ਹਾਕਮ ਮਿਲਦਾ, ਮੈਂ ਤਾਂ ਜਵਾਬ ਲੈਣਾ, ਪੁੱਛਣਾ ਕਿ ਹਾਕਮ ਸਿਆ ਦੱਸ ਅੱਜ ਕਿਹੜੇ ਪਲਟੀਨੇ ਦੇ ਘਰੇ ਆਇਆ ਤੂੰ? ਅੱਜ ਉਹੀ ਪਲਟੀਨਾ ਸਾਲਿਓ ਤੁਸੀਂ ਮਰਵਾਤਾ। ਸਾਨੂੰ ਦੁੱਖ ਲੱਗਦਾ ਸਾਡੀ ਕੌਮ ਲਈ ਖੜਨ ਵਾਲਾ ਬੰਦਾ ਮਿਲੇ ਸਾਨੂੰ, ਅੱਜ ਤੇ ਫੇਰ ਉਹਨੇ ਪਿੱਛੇ ਚੱਲ ਗਏ ਜਿੰਨਾ ਅਸੀਂ ਅੱਗੇ ਜਾਣਾ ਸੀਗਾ। ਗੁਰਕੀਰਤ ਕੋਟਲੀ, ਬਲਵੀਰ ਸਿੰਘ ਰਾਜੇਵਾਲ, ਕੱਲ੍ਹ ਸਭ ਨੇ ਫਿਰ ਜਦੋਂ ਇਹ ਖਬਰ ਆਉਂਦੀ ਆ ਵੀਡੀਓਜ਼ ਪਾ ਕੇ ਕਹਿੰਦੇ ਨੇ ਕਿ ਸਾਨੂੰ ਬਹੁਤ ਅਫਸੋਸ ਆ, ਸਾਡੇ ਸ਼ਿਕਵੇ ਤਾਂ ਜੀ ਜਿਉਂਦਿਆਂ ਦੇ ਸ਼ਿਕਵੇ ਹੁੰਦੇ ਨੇ। ਮਤਲਬ ਸਾਰੇ ਬੰਦੇ ਹੁਣ ਅਫਸੋਸ ਪ੍ਰਗਟ ਕਰ ਰਹੇ ਨੇ। ਬਾਈ ਜੀ ਅਫਸੋਸ ਤਾਂ ਹੁਣ ਕਰਨਗੇ, ਕਿਉਂਕਿ ਨਾਲ ਖੜਨ ਜੋਗੇ ਨਹੀਂ, ਮੂੰਹ ਦਿਖਾਣ ਜੋਗੇ ਨਹੀਂ ਗੇ। ਜਿਆਦਾ ਉਦੋਂ ਨਾਲ ਬਿਆਨਬਾਜ਼ੀਆਂ ਦਿੰਦੇ ਸਟੇਜ ਤੋਂ ਖੜ ਕੇ, ਸੱਚ ਝੂਠ ਦਾ ਨਤਾਰਾ ਬਾਈ ਦੀਪ ਕਹਿੰਦਾ ਸਮਾਂ ਕਰੂਗਾ, ਤੇ ਸਮਾਂ ਹੀ ਕਰਦਾ ਪਿਆ ਵਾ ਕਿ ਕਿਹੜਾ ਸੱਚਾ ਕਿਹੜਾ ਝੂਠਾ ਵਾ। ਜੀ ਜ਼ਮੀਨਾਂ ਨੇ ਤਾਂ ਜ਼ਗੀਰਾਂ ਨੇ ਸਾਨੂੰ ਬੰਦਾ ਸਿੰਘ ਬਹਾਦਰ ਨੇ ਦਵਾਈਆਂ, ਕਿਸੇ ਨੇ ਨਹੀਂ ਦਵਾਈਆਂ। ਜੇ ਸਾਡੀ ਕੌਮ ਆ ਤਾਂ ਗ੍ਰੰਥ ਆ ਤਾਂ ਅਸੀਂ ਜਿਉਂਦੇ ਆ, ਜੇ ਕੌਮ ਨਾਲ ਗ੍ਰੰਥ ਨਾਲ ਰਹੀ ਤਾਂ ਕਿਸੇ ਕੌਮ ਨੇ ਨਹੀਂ ਇੱਥੇ ਰਹਿਣਾ ਹੈਗਾ। ਤੇ ਦੀਪ ਬਾਈ ਸਾਨੂੰ ਸੇਧ ਦੇ ਗਿਆ, ਅਸੀਂ ਸੇਧ ਪੂਰੀ ਗਾਹਾਂ ਚੱਲਾਂਗੇ। ਥੱਲੇ ਇੱਕ ਬੀਬੀ ਬੈਠੀ ਆ, ਉਹਨੇ ਉੱਥੇ ਸਿੰਘੂ ਤੇ ਸਟੇਜ ਤੇ ਦੀਪ ਸਿੱਧੂ ਜਿੰਦਾਬਾਦ ਹੀ ਕਿਹਾ ਸੀ, ਉਹ ਤੋਂ ਮੈਕ ਖੋਲਿਆ ਸੀ ਇਹਨਾਂ ਨੇ ਕਾਮਰੇਡਾਂ ਨੇ। ਆਹ ਬੈਠੀ ਆ ਬੀਬੀ ਥੱਲੇ। ਬਿਲਕੁਲ, ਹੁਣ ਬਹੁਤ ਲੋਕ ਸਾਹਮਣੇ ਉਹ ਆਉਣਗੇ ਜਿਹੜੇ ਉਸ ਸਮੇਂ ਦੀਪ ਨੂੰ ਸਰਟੀਫਿਕੇਟ ਵੰਡਦੇ ਸੀ। ਕੋਈ ਕਹਿੰਦਾ ਦੀਪ ਨੇ ਸਾਰਾ ਕੁਝ ਜਿਹੜਾ ਆ ਉਹ ਬਰਬਾਦ ਕਰਤਾ, ਸਾਡਾ ਮੋਰਚਾ ਪਿੱਛੇ ਧੱਕਤਾ। ਪਰ ਅੱਜ ਹਰ ਇੱਕ ਬੰਦਾ ਇਹ ਕਹਿ ਰਿਹਾ ਕਿ ਬੇਹੱਦ ਮਾੜਾ ਹੋਇਆ, ਚਾਹੇ ਉਹ ਕਿਸਾਨ ਆਗੂ ਨੇ, ਚਾਹੇ ਉਹ ਲੋਕ ਨੇ ਜਿਨ੍ਹਾਂ ਦਾ ਵੀਰ ਉਹਨਾਂ ਨੇ ਜ਼ਿਕਰ ਕੀਤਾ ਕਿ ਦੀਪ ਦੇ ਉੱਤੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲਾਉਂਦੇ ਰਹੇ ਨੇ। ਸੋ ਤਸਵੀਰਾਂ ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ, ਲੁਧਿਆਣਾ ਦਾ ਘੁੰਮਣ ਕਲੋਨੀ ਦੇ ਵਿੱਚ ਇਸ ਵੇਲੇ ਆ। ਨਿਸ਼ਾਨ ਸਾਹਿਬ, ਕੇਸਰੀ ਨਿਸ਼ਾਨ ਸਾਹਿਬ ਹਰ ਪਾਸੇ ਤੁਹਾਨੂੰ ਨਜ਼ਰ ਆਉਣਗੇ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਦੇ ਰਹੇ ਆ ਇੱਥੇ ਪਹੁੰਚੇ ਹੋਏ ਨੌਜਵਾਨ ਸਿੱਖ ਕੌਮ। ਦੀਪ ਸਿੱਧੂ ਦੀ ਅੰਤਿਮ ਯਾਤਰਾ, ਇਸ ਵੇਲੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਦੀਪ ਸਿੱਧੂ ਆਖਰੀ ਵਾਰ ਦਰਸ਼ਨ ਉਸ ਯੋਧੇ ਦੇ, ਉਸ ਨੌਜਵਾਨ ਦੇ ਜਿਨੇ ਜ਼ਿੰਦਗੀ ਦੇ ਆਖਰੀ ਸਮੇਂ ਨੂੰ, ਆਖਰੀ ਸਾਲਾਂ ਨੂੰ ਲੋਕਾਂ ਦੇ ਲੇਖੇ ਲਾਇਆ, ਕੌਮ ਦੇ ਲੇਖੇ ਲਾਇਆ। ਦੀਪ ਸਿੱਧੂ ਵਿਦਾਈ ਲੈ ਰਿਹਾ ਆਖਰੀ ਵਾਰ, ਫੁੱਲਾਂ ਦੀ ਵਰਖਾ ਦੇ ਨਾਲ ਦੀਪ ਸਿੱਧੂ ਨੂੰ ਨਮ ਅੱਖਾਂ ਦੇ ਨਾਲ ਵਿਦਾ ਕੀਤਾ ਜਾ ਰਿਹਾ। ਬਹੁਤ ਵੱਡਾ
ਬਹੁਤ ਵੱਡਾ ਇਕੱਠ ਹੈ, ਠਾਠਾ ਮਾਰਦਾ ਇਕੱਠ ਇੱਥੇ ਸੰਗਤ ਦਾ ਦੀਪ ਸਿੱਧੂ ਦੇ ਦਰਸ਼ਨਾਂ ਨੂੰ ਪਹੁੰਚਿਆ। ਆਖਰੀ ਵਾਰ ਦੀਪ ਸਿੱਧੂ ਨੂੰ ਦੇਖਣ ਦੇ ਲਈ ਪਹੁੰਚਿਆ ਕਿਉਂਕਿ ਦੀਪ ਸਿੱਧੂ ਨੂੰ ਹੁਣ ਚੇਤਿਆਂ 'ਚ ਯਾਦ ਰੱਖਿਆ ਜਾਊਗਾ। ਦੀਪ ਸਿੱਧੂ ਨੂੰ ਇਤਿਹਾਸ ਦੇ ਵਿੱਚ ਯਾਦ ਰੱਖਿਆ ਜਾਊਗਾ। ਦੀਪ ਸਿੱਧੂ ਦੀਆਂ ਗੱਲਾਂ, ਦੀਪ ਸਿੱਧੂ ਦੇ ਕਹੇ ਉਹ ਬੋਲ ਸਮਾਂ ਆਉਣ 'ਤੇ ਸਭ ਨੂੰ ਜਿਹੜਾ ਆ ਉਹ ਇੱਕ ਪਾਠ ਪੜ੍ਹਾਉਣਗੇ, ਇੱਕ ਸੁਨੇਹਾ ਦੇਣਗੇ ਕਿ ਦੀਪ ਨੇ ਉਸ ਵੇਲੇ ਜੋ ਕਿਹਾ ਸੀ ਉਹ ਸੱਚ ਹੁੰਦਾ ਨਜ਼ਰ ਆ ਰਿਹਾ। ਦੀਪ ਸਿੱਧੂ ਨੇ ਪੰਜਾਬ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਦੀਪ ਸਿੱਧੂ ਨੇ ਕਿ ਪੰਜਾਬ ਦੀ ਸਿਆਸਤ ਪੰਜਾਬ 'ਚੋਂ ਚੱਲਣੀ ਚਾਹੀਦੀ ਆ। ਪੰਜਾਬ ਨੂੰ ਕੋਈ ਦਿੱਲੀ ਤੋਂ ਆ ਕੇ ਜਾਂ ਕੋਈ ਬਾਹਰ ਬੈਠਾ ਨਹੀਂ ਚਲਾ ਸਕਦਾ। ਪੰਜਾਬ ਉਹ ਧਰਤੀ ਆ, ਉਹ ਜ਼ਰਖੇਜ਼ ਮਿੱਟੀ ਆ ਜਿਹਦਾ ਮੁੱਲ ਇਹ ਸਰਕਾਰਾਂ ਨਹੀਂ ਪਾ ਸਕਦੀਆਂ, ਨਹੀਂ ਪਾ ਰਹੀਆਂ। ਅੱਜ ਉਸ ਦੀਪ ਸਿੱਧੂ ਨੂੰ ਆਖਰੀ ਅੰਤਿਮ ਵਧਾਈ ਦਿੱਤੀ ਜਾ ਰਹੀ ਆ। ਲਗਾਤਾਰ ਜੈਕਾਰਿਆਂ ਦੀ ਗੂੰਜ ਦੇ ਨਾਲ ਦੀਪ ਸਿੱਧੂ ਦੇ ਪੋਸਟਰ, ਉਹਦੀਆਂ ਤਸਵੀਰਾਂ ਦੇ ਛਪੇ ਪੋਸਟਰ, ਦੀਪ ਸਿੱਧੂ ਦੇ ਕਹੇ ਬੋਲ ਹੱਥਾਂ ਦੇ ਵਿੱਚ ਫੜ ਕੇ ਲਗਾਤਾਰ ਰਾਜ ਕਰੇਗਾ ਖਾਲਸਾ, ਦੀਪ ਸਿੱਧੂ ਜ਼ਿੰਦਾਬਾਦ, ਦੀਪ ਸਿੱਧੂ ਅਮਰ ਰਹੇ, ਇਹ ਚੀਜ਼ਾਂ ਅੱਜ ਫਿਜ਼ਾਵਾਂ ਦੇ ਵਿੱਚ ਗੂੰਜ ਰਹੀਆਂ ਨੇ ਇਸ ਥਾਂ ਦੇ ਉੱਤੇ। ਲਗਾਤਾਰ ਤਸਵੀਰਾਂ ਅਸੀਂ ਸਿੱਖ ਚੈਨਲ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੀਪ ਸਿੱਧੂ ਦੀ ਅੰਤਿਮ ਯਾਤਰਾ, ਉਸ ਦੇ ਘਰ ਦੇ ਬਾਹਰ ਤੋਂ ਇਹ ਤਸਵੀਰਾਂ ਨੇ। ਸੋ ਦਰਸ਼ਨ ਤੁਸੀਂ ਵੀ ਕਰ ਸਕਦੇ ਹੋ ਕਿ ਦੀਪ ਸਿੱਧੂ ਘਰ ਤੋਂ ਦੀਪ ਸਿੱਧੂ ਦੀ ਬਾਡੀ ਨੂੰ ਲੈ ਕੇ ਸੰਗਤ ਜਿਹੜੀ ਆ, ਪਰਿਵਾਰ ਜਿਹੜਾ ਉਹ ਨਿਕਲ ਚੁੱਕਿਆ। ਸੋ ਲਗਾਤਾਰ ਤਸਵੀਰਾਂ ਸਿੱਖ ਚੈਨਲ ਦੇ ਰਾਹੀਂ ਤੁਹਾਡੇ ਕੋਲ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੀਪ ਸਿੱਧੂ ਆਖਰੀ ਵਾਰ ਦੀਪ ਸਿੱਧੂ ਦੇ ਦਰਸ਼ਨ ਪਰਿਵਾਰ ਨੂੰ, ਘਰ ਨੂੰ ਅਲਵਿਦਾ ਆਖ ਕੇ ਜਾ ਰਿਹਾ। 37 ਸਾਲਾਂ ਦੀ ਉਮਰ ਦੇ ਵਿੱਚ ਦੀਪ ਸਿੱਧੂ ਉਹ ਸ਼ਖਸ ਜਿਹਦੇ ਉੱਤੇ ਅੱਜ ਇਹ ਠਾਠਾ ਮਾਰਦਾ ਇਕੱਠ ਜਿਹੜਾ ਉਹ ਮਾਣ ਕਰ ਰਿਹਾ। ਕਿਸੇ ਦਾ ਛੋਟਾ, ਕਿਸੇ ਦਾ ਵੱਡਾ ਭਰਾ ਦੀਪ, ਕਿਸੇ ਦਾ ਪੁੱਤਰ ਦੀਪ ਸਿੱਧੂ ਸਰੀਰਕ ਰੂਪ ਦੇ ਵਿੱਚ ਅੱਜ ਅਲਵਿਦਾ ਆਖ ਕੇ ਉਸ ਰਸਤੇ ਤੇ ਜਾ ਰਿਹਾ ਜਿੱਥੇ ਹਰ ਇੱਕ ਨੇ ਇੱਕ ਦਿਨ ਪਹੁੰਚਣਾ। ਪਰ ਵੱਡੀ ਮੱਲ ਇਹ ਆ ਕਿ ਦੀਪ ਜੋ ਖੱਟ ਗਿਆ ਉਹ ਵਿਰਲਾ ਖੱਟਦਾ। ਜੋ ਦੀਪ ਨੇ ਲੋਕਾਂ ਦੇ ਲਈ ਕੀਤਾ ਉਹ ਕੋਈ ਵਿਰਲਾ ਕਰਦਾ। ਜੋ ਤਿਆਗ ਦੀਪ ਦਾ, ਉਸ ਦੀ ਮਿਸਾਲ ਹਮੇਸ਼ਾ ਦਿੱਤੀ ਜਾਊਗੀ। ਦੀਪ ਸਿੱਧੂ ਦੀ ਅੰਤਿਮ ਯਾਤਰਾ, ਘਰ ਤੋਂ ਦੀਪ ਸਿੱਧੂ ਦਾ ਉਹ ਸਰੀਰ ਜਿਹਦੇ ਰਾਹੀਂ ਦੀਪ ਇਹਨਾਂ ਲੋਕਾਂ ਤੱਕ, ਤਮਾਮ ਲੋਕਾਂ ਤੱਕ ਪਹੁੰਚ ਕੀਤੀ। ਦੀਪ ਸਿੱਧੂ ਦੇ ਬੋਲ, ਦੀਪ ਸਿੱਧੂ ਦੀਆਂ ਕਈਆਂ ਗੱਲਾਂ ਹਮੇਸ਼ਾ ਯਾਦ ਕੀਤੀਆਂ ਜਾਣਗੀਆਂ। ਅੱਜ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਸੰਗਤ ਜਿਹੜੀ ਆ ਉਹ ਦੀਪ ਸਿੱਧੂ ਨੂੰ ਚਾਹੁਣ ਵਾਲੇ ਅੱਜ ਉਸ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸੋ ਇੱਕ ਵਾਰੀ ਫੇਰ ਦੱਸਦੇ ਹਾਂ ਕਿ ਦੀਪ ਸਿੱਧੂ ਦੀ ਅੰਤਿਮ ਯਾਤਰਾ ਇਸ ਵੇਲੇ ਤੁਸੀਂ ਵੇਖ ਰਹੇ ਹੋ। ਘਰ ਤੋਂ ਦੀਪ ਸਿੱਧੂ ਨੂੰ ਲਿਜਾ ਰਹੇ ਨੇ, ਦੀਪ ਸਿੱਧੂ ਨੂੰ ਲੈ ਕੇ ਜਾਇਆ ਜਾ ਰਿਹਾ। ਹੁਣ ਅਗਲਾ ਜਿਹੜਾ ਇਕੱਠ ਹੈ ਉਹ ਸ਼ਮਸ਼ਾਨ ਘਾਟ ਦੇ ਵਿੱਚ। ਸੋ ਅਸੀਂ ਵੀ ਤੁਹਾਨੂੰ ਜੋੜਦੇ ਹਾਂ ਅਗਲੀਆਂ ਤਸਵੀਰਾਂ ਦੇ ਨਾਲ। ਹੁਣ ਚੇਤਿਆਂ 'ਚ ਰਹੂਗਾ ਦੀਪ ਸਿੱਧੂ ਦੇ ਬੋਲ, ਹਮੇਸ਼ਾ ਜ਼ਿਹਨ ਦੇ ਵਿੱਚ ਗੂੰਜਣਗੇ। ਪਿਛਲੇ 1.5-2 ਸਾਲ ਦੇ ਵਿੱਚ ਦੀਪ ਸਿੱਧੂ ਦੇ ਨਾਲ ਜਿਸ ਸ਼ਖਸ ਨੂੰ ਹਮੇਸ਼ਾ ਵੇਖਦੇ ਸੀ, ਭਾਈ ਪਲਵਿੰਦਰ ਸਿੰਘ ਤਲਵਾੜਾ ਮੇਰੇ ਨਾਲ ਨੇ। ਤਲਵਾੜਾ ਸਾਹਿਬ,
3-4 ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਮੁਲਾਕਾਤ ਹੁੰਦੀ ਆ, ਕੱਲ ਰਾਤ ਪਤਾ ਲੱਗਦਾ ਕਿ ਦੀਪ ਹੁਣ ਹਮੇਸ਼ਾ ਦਾ ਵਿਛੋੜਾ ਪਾ ਗਿਆ। ਤੁਹਾਨੂੰ ਪਤਾ ਕਿਵੇਂ ਲੱਗਿਆ ਪਹਿਲਾਂ? ਮੈਂ ਪ੍ਰਸ਼ਾਦਾ ਛਕਣ ਲੱਗਿਆ ਸੀ, ਜਦ ਫੋਨ ਆਇਆ ਸੀਗਾ ਕਿਸੇ ਦਾ, ਤੇ ਮੇਰੇ ਨਾਲ ਦਿਨ 'ਚ ਗੱਲ ਹੋਈ ਸੀਗੀ, ਇੱਕ ਦਿਨ ਪਹਿਲਾਂ ਵੀ ਹੋਈ ਸੀ ਵੀ ਆਪਾਂ 3 ਦਿਨ ਇਕੱਠੇ ਹੀ ਰਹਿਣਾ, ਮੈਂ ਆ ਜਾਣਾ। ਤੇ ਉੱਥੇ ਨੂੰ ਆ ਰਿਹਾ ਸੀਗਾ, ਤੇ ਅੱਗੇ ਵੀ ਪ੍ਰਸ਼ਾਦਾ ਛਕ ਕੇ ਜਾਂਦਾ ਮੇਰੇ ਕੋਲ, ਮੱਕੀ ਦੀਆਂ ਰੋਟੀਆਂ, ਕਦੇ ਕੁਛ ਕਦੇ ਜੋ ਵੀ ਕਹਿ ਦਿੰਦਾ ਹੁੰਦਾ ਸੀ। ਤੇ ਉਹ ਕਹਿੰਦਾ ਸੀ ਫਿਰ ਮੈਂ ਪ੍ਰਸ਼ਾਦਾ ਛਕ ਕੇ ਜਾਊਂਗਾ, ਫਿਰ ਆਪਾਂ 3 ਦਿਨ ਇਕੱਠੇ ਹੀ ਰਹਾਂਗੇ। ਤੇ ਬਹੁਤ ਵੱਡਾ ਕੌਮ ਨੂੰ ਵੀ, ਪੰਜਾਬ ਨੂੰ ਵੀ, ਸਾਰਿਆਂ ਨੂੰ ਘਾਟਾ ਪਿਆ। ਅਜਿਹਾ ਨੌਜਵਾਨ ਵਾਰ-ਵਾਰ ਤਾਂ ਜਨਮ ਨਹੀਂ ਲੈਂਦੇ ਹੁੰਦੇ। ਸੰਤ ਜਰਨੈਲ ਸਿੰਘਾਂ ਤੋਂ ਬਾਅਦ ਸਾਰੀ ਸਿੱਖ ਕੌਮ ਉਹਦੇ ਵੱਲ ਦੇਖ ਰਹੀ ਸੀ, ਆਪ ਦਾ ਭਵਿੱਖ ਦੇਖ ਰਹੀ ਸੀ ਕਿ ਸਾਡੀ ਕੋਈ ਗੱਲ ਕਿਸੇ ਤਣ ਪੱਤਣ ਲਾਊਗਾ। ਤੇ ਜਿਸ ਬੰਦੇ ਨੇ ਸੰਤ ਜਰਨੈਲ ਸਿੰਘ ਦੀ ਗੱਲ, ਹਥਿਆਰਬੰਦ ਸੰਘਰਸ਼ ਦੀ ਗੱਲ ਔਰ ਖਾਲਸਾ ਰਾਜ ਦੀ ਗੱਲ ਬੜੇ ਦ੍ਰਿੜ ਇਰਾਦੇ ਨਾਲ ਕੀਤੀ, ਜਿਹੜੀ ਅੱਜ ਤੱਕ ਕਿਸੇ ਲੀਡਰ ਤੋਂ ਨਹੀਂ ਕੀਤੀ ਗਈ। ਸੋ ਉਹਦਾ ਜਾਣਾ ਸਾਰੇ ਵਰਲਡ ਦੇ ਸਿੱਖਾਂ ਨੇ ਜਿਵੇਂ ਧਾਹਾਂ ਮਾਰ ਰੋ ਰਹੇ ਨੇ। ਤੇ ਉਹਨਾਂ ਦਾ ਪਿਆਰ ਸੀ ਸਾਡੇ ਨਾਲ, ਤਾਂ ਮੇਰੇ ਨਾਲ ਤਾਂ ਜਿਹੋ ਜਿਹਾ ਪਿਆਰ ਸੀ ਸ਼ਾਇਦ ਕੋਈ ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਤੇ ਕਲਪਨਾ ਨਹੀਂ ਕੀਤੀ ਜਾ ਸਕਦੀ। ਮੇਰੇ ਪਰਿਵਾਰ ਨਾਲ, ਸਾਡੇ ਨਾਲ, ਸਾਰਿਆਂ ਨਾਲ ਬਹੁਤ ਵੱਡਾ ਘਾਟਾ। ਤਲਵਾੜਾ ਸਾਹਿਬ, ਰਿਸ਼ਤਾ ਦੇਖੋ ਇੱਥੇ ਜਦੋਂ ਗੱਲ ਕਰਦੇ ਆ ਕਿਸੇ ਨਾਲ, ਕੋਈ ਇੱਕ ਵਾਰੀ ਮਿਲਿਆ ਦੀਪ ਨੂੰ, ਕੋਈ ਮਿਲਿਆ ਵੀ ਨਹੀਂ, ਸਿਰਫ ਸਪੀਚਾਂ ਸੁਣੀਆਂ ਨੇ। ਮਤਲਬ ਇੰਨਾ ਕੁ ਇਹੋ ਜਿਹਾ ਰਿਸ਼ਤਾ ਬਣ ਗਿਆ। ਹਰ ਇੱਕ ਬੰਦਾ ਇੱਥੇ ਜਿਹੜਾ ਉਹ ਆਪਣੇ ਆਪ 'ਤੇ ਕਾਬੂ ਨਹੀਂ ਕਰ ਪਾ ਰਿਹਾ, ਇੰਨਾ ਭਾਵੁਕ ਹੋ ਰਿਹਾ। ਤੁਹਾਡਾ ਲਾਈਵ ਦੇਖਣ ਵਾਲੇ ਨੂੰ ਮਤਲਬ ਉਹਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਮਤਲਬ ਐਸਾ ਤੁਸੀਂ ਕੋਲ ਰਹੇ ਹੋ, ਦੀਪ 'ਚ ਕੀ ਅਨੁਭਵ ਕੀਤਾ ਵੀ ਹਰ ਇੱਕ ਬੰਦਾ ਇਸ ਤਰੀਕੇ, ਇਸ ਕਦਰ ਦੀਪ ਦੇ ਨਾਲ ਮਤਲਬ ਆਪਣਾਤ ਵਾਲਾ ਰਿਸ਼ਤਾ ਜਿਹੜਾ ਇੱਕਦਮ ਜੁੜ ਗਿਆ? ਉਹਦੇ ਅੰਦਰ ਇੱਕ ਖਿੱਚ ਸੀਗੀ ਜਿਹੜੀ ਪੰਜਾਬ ਨੂੰ ਉਹ ਪਿਆਰ ਕਰਦਾ ਸੀ, ਜਿਵੇਂ ਕੌਮ ਨੂੰ ਪਿਆਰ ਕਰਦਾ ਸੀ। ਉਹ ਖਿੱਚ ਕਰਕੇ ਹੀ ਅੱਜ ਦੇਖੋ ਤੁਸੀਂ ਜਿੰਨੀ ਸੰਗਤ ਆਈ ਹੈ, ਜਿਵੇਂ ਕਿਸੇ ਨੇ ਰਾਤ ਦੇ ਪ੍ਰਸ਼ਾਦੇ ਵੀ ਨਹੀਂ ਛਕੇ। ਤੇ ਸਾਡੇ ਪਰਿਵਾਰ ਨਾਲ ਤਾਂ ਬਹੁਤ ਜ਼ਿਆਦਾ ਸੀਗੀ, ਚੁੱਲ੍ਹੇ 'ਤੇ ਬੈਠ ਕੇ ਰੋਟੀ ਖਾ ਕੇ ਆਉਂਦੇ ਸੀ। ਕਿਵੇਂ ਭੁੱਲ ਜਾਵਾਂਗੇ, ਸਾਨੂੰ ਤਾਂ ਹੁਣ ਵੀ ਲੱਗੀ ਜਾਂਦਾ ਵੀ ਉਹਦਾ ਫੋਨ ਆਊਗਾ ਸ਼ਾਇਦ। 5-6 ਫੋਨ ਕਰਦਾ ਹੁੰਦਾ ਸੀਗਾ ਰੋਜ਼, ਤੇ ਬਹੁਤ ਹੀ ਦਿਲ ਟੁੱਟ ਗਿਆ। ਜਿਹੜੀ ਇੱਕ ਆਸ ਦੀ ਕਿਰਨ ਦਿਖੀ ਸੀ, ਤੇ ਉਹ ਫਿਲਹਾਲ ਫੇਰ ਬੁਝ ਗਈ। ਜਿੱਥੇ ਬੈਠ ਕੇ ਲੰਮਾ ਸੰਘਰਸ਼ ਲੜਿਆ, ਉਹ ਉਸੇ ਥਾਂ 'ਤੇ ਜਾ ਕੇ ਇਹ ਜਿਹੜਾ ਭਾਣਾ ਵਾਪਰਦਾ। ਬਿਲਕੁਲ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਜੀ, ਇਹਨੂੰ ਤਾਂ ਕੋਈ ਸਮਝ ਨਹੀਂ ਸਕਦਾ। ਜਿਸ ਦਿੱਲੀ ਦੇ ਪੰਜਾਬ ਦੇ ਬਾਰਡਰਾਂ ਤੋਂ ਨੌਜਵਾਨੀ ਨੂੰ ਹੁਲਾਰਾ ਦੇ ਕੇ ਦਿੱਲੀ ਦੇ ਬਾਰਡਰਾਂ ਤੱਕ ਲੈ ਕੇ ਗਿਆ, ਤੇ ਉਸੇ ਬਾਰਡਰਾਂ 'ਤੇ ਉਸ ਅਕਾਲ ਪੁਰਖ ਵਾਹਿਗੁਰੂ। ਦੀਪ ਨੇ ਜਾਣ ਤੋਂ ਪਹਿਲਾਂ ਇੱਕ ਜਥੇਬੰਦੀ ਬਣਾਈ, ਤੁਹਾਡੀ ਡਿਊਟੀ ਲਾਈ, ਬਹੁਤ ਉਹਦੇ ਵਿੱਚ ਮੈਂਬਰ, ਤੇ ਕਿਉਂਕਿ ਇੱਕ ਆਸ ਜਿਹੜੀ ਸੰਗਤ ਨੂੰ ਬਹੁਤ ਬੰਦਿਆਂ ਦੇ ਮਨਾਂ ਦੇ ਵਿੱਚ ਇਸ ਵੇਲੇ ਆ ਯਾਰ ਵੀ ਦੀਪ ਦੀ ਸੋਚ ਅੱਗੇ ਚੱਲਦੀ ਰਹੂਗੀ। ਕਿਉਂਕਿ ਇੱਕ ਆਸ ਇਹੋ ਜਿਹੀ ਜਗੀ ਆ, ਜਿਵੇਂ ਅਮਰਗੜ੍ਹ ਦੀ ਗੱਲ ਹੁੰਦੀ ਹੈ, ਕਹਿੰਦੇ 3 ਦਿਨ ਪ੍ਰਚਾਰ ਕੀਤਾ ਦੀਪ ਸਿੱਧੂ ਨੇ, ਗੱਲਬਾਤ ਹੀ ਬਦਲ ਗਈ ਉੱਥੇ। ਸੋ ਉਹ ਮੈਂ ਚਾਹੁੰਦਾ ਵੀ ਉਹਦੇ ਬਾਰੇ ਵੀ ਦੱਸਿਓ ਜ਼ਰੂਰ। ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਜਿਵੇਂ ਦੀਪ ਨੇ ਜੋ ਵੀ ਕੀਤਾ ਉਹ ਉਸ ਚੀਜ਼ ਦੇ ਪਹਿਰਾ ਦਿੰਦੀ ਰਹੂਗੀ। ਬਿਲਕੁਲ ਜੀ, ਜਿੰਨਾ ਚਿਰ ਜਿਉਂਦੇ ਆ ਜੋ ਉਹਦੀ ਸੋਚ ਤੀ ਉਹਨੂੰ ਅੱਗੇ ਵਧਾਵਾਂਗੇ। ਤੇ ਫਿਲਹਾਲ ਤਾਂ ਬਹੁਤ ਵੱਡਾ ਸਦਮਾ ਹੈ ਨਾ। ਹੌਲੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਜਿੰਨਾ ਚਿਰ ਜਿਉਂਦੇ ਆ ਸਾਨੂੰ ਬਲ ਬਖਸ਼ੀ, ਜਿਹੜੀ ਸਾਡੀ ਡਿਊਟੀ ਲਾ ਕੇ ਗਿਆ ਅਸੀਂ ਉਹ ਤਨਦੇਹੀ ਨਾ ਨਿਭਾ ਸਕੀਏ। ਔਰ ਜਿੰਨਾ ਚਿਰ ਜਿਉਂਦੇ ਆ ਨਿਭਾਵਾਂਗੇ ਵੀ। ਜੋ ਗੱਲ ਖਾਲਸਾ ਰਾਜ ਦੀ ਮਾਨਸਿਕ ਗੁਲਾਮੀ ਲਾਉਣ ਦੀ ਜਿਹੜੀ ਗੱਲ ਕਰਦਾ ਸੀ, ਉਹ ਆਪਾਂ ਸੰਗਤ ਨਾਲ ਕਰਦੇ ਰਹਾਂਗੇ ਜੀ। ਹਲੇ ਨੇੜ ਭਵਿੱਖ 'ਚ ਤਾਂ ਨਹੀਂ ਹਲੇ ਕਲਪਨਾ ਕੀਤੀ ਜਾ ਸਕਦੀ, ਕਿਉਂਕਿ ਸਦਮਾ ਐਡਾ ਬੜਾ। ਸਾਰੀ ਦੁਨੀਆ ਦੇ ਵਿੱਚੋਂ ਫੋਨ ਆਏ ਨੇ, ਕਿਵੇਂ ਨੌਜਵਾਨ ਬੱਚੇ, ਬੱਚੀਆਂ, ਬਜ਼ੁਰਗ, ਮਾਤਾਵਾਂ ਧਾਹਾਂ ਮਾਰ ਰੋਏ ਨੇ। ਇੱਕ ਸਕਿੰਟ ਨਹੀਂ ਰਾਤ ਮੈਂ ਸੁੱਤਾ, ਸਾਰੀ ਰਾਤ ਫੋਨ ਸੁਣਦਾ ਰਿਹਾ। ਅਗਲਿਆਂ ਨੂੰ ਆਸ ਹੁੰਦਾ ਵੀ ਜੇ ਉਹਦੇ ਨਾਲ ਨਹੀਂ ਗੱਲ ਹੋਈ, ਚਲੋ ਮੇਰੇ ਨਾਲ ਗੱਲ ਕਰ ਲੈਂਦੇ ਸੀਗੇ। ਸੋ ਬਹੁਤ ਹੀ ਇੱਕ ਅਜਿਹਾ ਘਾਟਾ ਜਿਹੜਾ ਆਉਣ ਵਾਲੇ ਸਮੇਂ 'ਚ ਛੇਤੀ ਪੂਰਾ ਨਹੀਂ ਕੀਤਾ ਜਾ ਸਕਦਾ। ਕੌਮ ਨੂੰ ਬਹੁਤ ਵੱਡਾ ਸਦਮਾ ਲੱਗਿਆ। ਬਿਲਕੁਲ, ਬੇਹੱਦ ਭਾਵਨਾਤਮਕ ਤਰੀਕੇ ਨਾਲ ਜੇ ਗੱਲ ਕਰੀਏ, ਬਹੁਤ ਭਾਵੁਕ ਕਰਨ ਵਾਲਾ ਵੇਲਾ ਆ। ਬਲਵਿੰਦਰ ਸਿੰਘ ਤਲਵਾੜਾ ਜਿਹੜੇ ਹਮੇਸ਼ਾ ਡਟ ਕੇ ਖੜੇ ਨੇ ਦੀਪ ਸਿੱਧੂ ਦੇ ਨਾਲ। ਦੀਪ ਨੇ ਵੀ ਡਟ ਕੇ ਜਿਹੜਾ ਸਾਥ ਦਿੱਤਾ, ਸ਼ੰਭੂ ਮੋਰਚੇ ਤੋਂ ਲੈ ਕੇ
ਅੱਜ ਤੱਕ ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ, ਬੇਸ਼ੱਕ ਬਹੁਤ ਔਕੜਾਂ ਜਿਹੜੀਆਂ ਦੀਪ ਸਿੱਧੂ ਨੇ ਹੰਢਾਈਆਂ। ਤਲਵਾੜਾ ਸਾਹਿਬ, ਮੈਂ ਇੱਕ ਸਵਾਲ ਜ਼ਰੂਰ ਪੁੱਛੂੰਗਾ। ਦੀਪ ਸਿੱਧੂ ਸਭ ਕੁਝ ਛੱਡ ਕੇ ਆ ਗਿਆ, ਕਿਹੜੀ ਚੀਜ਼ ਦੀ ਘਾਟ ਸੀ ਦੀਪ ਨੂੰ? ਮਤਲਬ ਸਭ ਕੁਝ ਸੀ ਉੱਥੇ, ਸਭ ਕੁਝ ਇੱਥੇ ਆ ਕੇ ਸੰਘਰਸ਼ ਕੀਤਾ। ਜ਼ਿੰਦਗੀ ਦੇ ਆਖਰੀ ਸਾਲ ਉਹ ਇੱਕ ਇਹੋ ਜਿਹਾ ਜੀਵਨ ਬਤੀਤ ਕੀਤਾ, ਇਹੋ ਜਿਹੇ ਤਰੀਕੇ ਨਾਲ ਹੰਢਾਏ ਕਿ ਬੰਦੇ ਕੋਲ ਸਭ ਕੁਝ ਹੁੰਦੇ ਹੋਇਆ ਬੰਦਾ ਨਹੀਂ ਕਰਦਾ। ਸੋ ਜਦੋਂ ਪਹਿਲੀ ਵਾਰ ਮੁਲਾਕਾਤ ਹੁੰਦੀ ਆ ਤਾਂ ਉਸ ਵੇਲੇ ਦੀਪ ਦਾ ਕਹਿਣਾ ਕੀ ਸੀ? ਤੁਸੀਂ ਇਹ ਵੀ ਪੁੱਛਿਆ ਹੋਣਾ ਨਾ, ਮੈਨੂੰ ਲੱਗਦਾ ਕਿ ਦੀਪ ਜਿਹੜੇ ਮਾਹੌਲ 'ਚੋਂ ਆਇਆ, ਮਤਲਬ ਸੌਖਾ ਨਹੀਂ ਹੈਗਾ, ਮਤਲਬ ਇੰਨੇ ਸਭ ਕੁਝ ਐਸ਼ੋ ਆਰਾਮ ਛੱਡ ਕੇ ਸੰਘਰਸ਼ ਕਰਨਾ। ਬਿਲਕੁਲ ਜੀ, ਜਿੱਦਣ ਤੋਂ ਉਹ ਪਹਿਲੇ ਦਿਨ ਤੋਂ ਆਇਆ, ਮੈਂ ਉਸ ਦਿਨ ਤੋਂ ਹੀ ਉਹਦੇ ਨਾਲ ਸੀਗਾ। ਇਹੋ ਜਿਹਾ ਵੀ ਸਮਾਂ ਆਇਆ ਜਦ ਉਹਦੇ ਨਾਲ ਕੋਈ ਵੀ ਨਹੀਂ ਸੀ, ਮੈਂ ਉਹਦੇ ਨਾਲ ਜਦ ਵੀ ਅਸੀਂ ਡਟ ਕੇ ਖੜ੍ਹੇ ਅਤੇ ਉਹਦਾ ਸਹਿਯੋਗ ਕੀਤਾ ਅਤੇ ਉਹਦੀ ਸੋਚ ਨੂੰ ਸਲਾਮ ਸੀਗੀ। ਅਕਾਲ ਪੁਰਖ ਵਾਹਿਗੁਰੂ ਨੇ ਉਹਦੇ 'ਤੇ ਕੋਈ ਮਿਹਰ ਕੀਤੀ ਕਿ ਜਿਹੜਾ ਉਹਦੇ ਅੰਦਰ ਇੱਕ ਚਿਣਗ ਸੀ ਕੌਮ ਪ੍ਰਤੀ, ਪੰਜਾਬ ਪ੍ਰਤੀ, ਉਹ ਜਗਾਤੀ ਹੈ ਨਾ। ਅਤੇ ਮੈਂ ਜੋ ਉਹਨੂੰ ਦੇਖਿਆ ਕਿ ਜਿੰਨਾ ਉਹ ਪੰਜਾਬ ਦੀ ਮਿੱਟੀ ਨੂੰ, ਪੰਜਾਬ ਨੂੰ, ਸਿੱਖ ਕੌਮ ਨੂੰ ਪਿਆਰ ਕਰਦਾ ਸੀ, ਸ਼ਾਇਦ ਮੈਂ ਵੱਡੇ ਵੱਡੇ ਜਰਨੈਲਾਂ ਨੂੰ ਮਿਲਿਆ, ਉਹਨਾਂ ਨਾਲ ਰਹੇ ਵੀ ਆ, ਸਾਡੇ ਕੋਲ ਆਉਂਦੇ ਵੀ ਰਹੇ ਨੇ, ਪਰ ਮੈਂ ਇਹੋ ਜਿਹਾ ਇਨਸਾਨ ਆਪਣੀ ਜ਼ਿੰਦਗੀ 'ਚ ਨਹੀਂ ਕਦੇ ਦੇਖਿਆ ਜਿਹਨੂੰ ਕੋਈ ਲੋਭ ਲਾਲਚੇ ਨਹੀਂ ਸੀ, ਜਿਹਨੇ ਜਦ ਵੀ ਗੱਲ ਕੀਤੀ ਹੈ ਤਾਂ ਬਸ ਪੰਜਾਬ ਦੀ ਚੜ੍ਹਦੀ ਕਲਾ ਦੀ, ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ, ਬਗੈਰ ਕਿਸੇ ਲੋਭ ਲਾਲਚ ਤੋਂ। ਨਹੀਂ ਤਾਂ ਉਹਦੇ ਕੋਲ ਕੋਈ ਘਾਟ ਨਹੀਂ ਸੀ। ਜਿਹੜੀ ਜ਼ਿੰਦਗੀ ਉਹ ਛੱਡ ਕੇ ਆਇਆ, ਉਹ ਜ਼ਿੰਦਗੀ ਪਾਉਣ ਵਾਸਤੇ ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਹੈ, ਫਿਰ ਵੀ ਉਹ ਪਾ ਨਹੀਂ ਪਾਉਂਦਾ। ਲੇਕਿਨ ਉਹ ਉੱਪਰਲੀ ਆਪਣੀ ਲਗਜ਼ਰੀ ਜ਼ਿੰਦਗੀ ਛੱਡ ਕੇ ਧਰਤੀ 'ਤੇ ਬੈਠ ਕੇ, ਗਰਦ 'ਚ ਬੈਠ ਕੇ ਸਾਡੇ ਨਾਲ ਪੰਜਾਬ ਲਈ ਲੜਿਆ। ਅਤੇ ਅਸੀਂ ਵੀ ਬੜੇ ਉਹਦੇ 'ਤੇ ਇਲਜ਼ਾਮ ਵੀ ਲਾਏ ਹੈ ਨਾ। ਅਤੇ ਅੱਜ ਦੇਖ ਲਓ, ਸਾਰੇ ਜਿਹੜੇ ਉਹਦੇ ਉਲਟ ਬੋਲਦੇ ਸੀ ਉਹ ਵੀ ਰੋ ਰਹੇ ਨੇ ਹੈ ਨਾ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਨਾਲ ਹੋਈ ਸੀ, ਜਦ ਸੰਤਾਂ ਨੇ ਸਾਰੀ ਗੱਲ ਕਰੀ, ਜਦ ਸਹਿਯੋਗ ਨਹੀਂ ਕਰਿਆ, ਅਤੇ ਜਦ ਸੰਤ ਚਲੇ ਗਏ ਫਿਰ ਫੋਟੋਆਂ ਲਾ ਯਾਦ ਕਰਦੇ ਨੇ ਵੀ ਆ ਜਾ, ਆਊਗਾ ਸੰਤ ਜਰਨੈਲ ਸਿੰਘ ਹੈ ਨਾ, ਕੌਮ ਦਾ ਬੱਬਰ ਸ਼ੇਰ ਤੀ। ਇਸੇ ਸੇਮ ਉਹੀ ਗੱਲ ਦੀਪ ਨਾਲ ਵਾਪਰੀ ਕਿ ਹੁਣ ਫੋਟੋਆਂ ਵੀ ਲਾਉਣਗੇ ਅਤੇ ਕਹਿਣਗੇ ਵੀ ਦੀਪ ਆ ਜਾ। ਦੀਪ ਸਿੱਧੂ ਦੀ ਇੱਕ ਵੀਡੀਓ ਵੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ, ਜਿਹਦੇ 'ਚ ਦੀਪ ਕਹਿ ਰਿਹਾ ਕਿ ਤੁਸੀਂ ਬਰਸੀਆਂ ਮਨਾਉਣ ਜੋਗੇ ਹੋ, ਤੁਸੀਂ ਇਤਿਹਾਸ ਨਹੀਂ ਸਿਰਜ ਸਕਦੇ। ਉਹ ਭਾਵੁਕ ਹੋ ਕੇ ਜਾਂ ਉਹ ਗੱਲ ਅੱਜ ਬਹੁਤ ਲੋਕਾਂ ਨੂੰ ਲੱਗਦਾ ਕਿ ਸੱਚੀ ਗੱਲ ਕਰ ਗਿਆ ਦੀਪ ਜਾਂਦਾ ਜਾਂਦਾ। ਬਿਲਕੁਲ ਜੀ, ਜਿਹੜੀ ਗੱਲ ਉਹ ਸਮਝਾ ਰਿਹਾ ਸੀ, ਜਿਹੜੀ ਉਹ ਗੱਲ ਕਰ ਰਿਹਾ ਸੀ, ਉਹ ਨਾ ਸਾਡੀ ਜਥੇਬੰਦੀ 'ਚ ਬਹੁਤੇ ਬੰਦੇ ਸਮਝ ਸਕੇ ਅਤੇ ਨਾ ਪੰਜਾਬ ਸਮਝ ਸਕਿਆ ਕਿ ਉਹ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਸੀ। ਅਤੇ ਲੋਕ ਤਾਂ ਹੋਰੇ ਗੱਲਾਂ ਚੱਲ ਜੇ ਰਹੇ ਹੈ ਨਾ। ਅਤੇ ਆਪਾਂ ਦੇਖ ਹੀ ਲਿਆ, ਗੁਰੂ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਤਾ। ਚਲੋ ਦੀਪ ਨੇ ਤਾਂ ਮੁੜ ਕੇ ਨਹੀਂ ਆਉਣਾ, ਪਰ ਜਿਹੜੇ ਉਹਨੂੰ ਮਾੜਾ ਕਹਿੰਦੇ ਸੀ, ਇਹ ਵੀ ਜਿੰਨਾ ਚਿਰ ਜਿਉਂਦੇ ਨੇ, ਇਹ ਵੀ ਮਰਿਆਂ ਨਾਲ ਦੇ ਨੇ, ਇਹਨਾਂ ਨੂੰ ਵੀ ਲੋਕ ਲਾਹਣਤਾਂ ਪਾਉਣਗੇ। ਅਤੇ ਬਗੈਰ ਕਿਸੇ ਲੋਭ ਲਾਲਚ ਤੋਂ ਜਿਹੜੇ ਆਖਰੀ 1.5 ਸਾਲ ਪੰਜਾਬ ਲਈ, ਕੌਮ ਲਈ, ਜਿਵੇਂ ਗੁਰੂ ਨੇ ਉਹ ਤੋਂ ਸੇਵਾ ਲਈ ਹੈ, ਅਤੇ ਉਹ ਸਾਰੀ ਜ਼ਿੰਦਗੀ ਜਿੰਨਾ ਚਿਰ ਸੂਰਜ ਚੰਦ ਰਹੂਗਾ ਉਨਾ ਚਿਰ ਦੀਪ ਹੈ ਜਿਹੜਾ ਇਹ ਜਲਦਾ ਰਹੂਗਾ। ਔਰ ਪੰਜਾਬੀ ਇਹਨੂੰ ਸਦਾ ਯਾਦ ਰੱਖਣਗੇ, ਖਾਸ ਕਰਕੇ ਅਣਖੀ ਸਿੱਖ ਜਿਹੜੇ ਆਪਣੀ ਕੌਮ ਲਈ ਲੜਦੇ ਨੇ, ਆਪਣੇ ਕੌਮ ਦੇ ਘਰ ਲਈ ਲੜਦੇ ਨੇ, ਅਤੇ ਜਾਂ ਕੌਮ ਦੀ ਵਿਲੱਖਣਤਾ ਲਈ ਲੜਦੇ ਨੇ, ਉਹ ਕਦੇ ਵੀ ਦੀਪ ਨੂੰ, ਪਹਿਲਾਂ ਵੀ ਉਹ ਦੀਪ ਦੇ ਨਾਲ ਸੀ, ਅੱਜ ਵੀ ਦੀਪ ਦੇ ਨਾਲ ਨੇ। ਅਤੇ ਇੱਕ ਅਜਿਹਾ ਲੀਡਰ, ਇੱਕ ਅਜਿਹਾ ਪੁੱਤ, ਇੱਕ ਅਜਿਹਾ ਭਰਾ ਗਵਾ ਲਿਆ ਜਿਹਦੇ ਵਾਸਤੇ ਅਤੇ ਸ਼ਾਇਦ ਪਤਾ ਨਹੀਂ ਦੁਬਾਰਾ ਕਦ ਅਜਿਹਾ ਨੌਜਵਾਨ ਮਿਲੂਗਾ। ਇੱਕ ਹੀਰਾ ਸੀ ਜਿਹਨੂੰ ਪਛਾਣਿਆ ਨਹੀਂ, ਅਤੇ ਹੁਣ ਰੋਈ ਜਾਣਗੇ। ਬਿਲਕੁਲ, ਇੱਕ ਉਹ ਹੀਰਾ ਵਾਕਈ ਤਲਵਾੜਾ ਸਾਹਿਬ ਇਹਨਾਂ ਦੇ ਲਈ ਬੇਹੱਦ ਔਖੀ ਘੜੀ ਆ, ਕਿਉਂਕਿ ਜਦੋਂ ਚੱਲਦੇ ਵਹਾਅ 'ਚ ਸਾਰੇ ਵਹਿੰਦੇ ਨੇ, ਜਦੋਂ ਉਲਟ ਚੱਲਦੀ ਆ ਹਵਾ, ਜਦੋਂ ਉਹਨਾਂ ਨੇ ਵੀ ਗੱਲ ਕੀਤੀ, ਜਦੋਂ ਸਾਰੇ ਦੀਪ ਦਾ ਸਾਥ ਛੱਡਣ ਵਾਲੇ ਪਾਸੇ ਨੂੰ ਸੀ, ਦੀਪ ਨੂੰ ਸਰਟੀਫਿਕੇਟ ਬਹੁਤ ਲੋਕਾਂ ਨੇ ਵੰਡੇ, ਉਸ ਵੇਲੇ ਵੀ ਇਹ ਨਾਲ ਰਹੇ ਨੇ। ਅਤੇ ਉਹ ਹੀਰਾ ਜਿਹਦਾ ਸਮੇਂ ਦੇ ਉੱਤੇ ਸਮਾਂ ਰਹਿੰਦਿਆਂ ਮੁੱਲ ਨਹੀਂ ਪਿਆ, ਪਰ ਹੁਣ ਜਦੋਂ ਦੀਪ ਤੁਰ ਗਿਆ ਤਾਂ ਹਰ ਇੱਕ ਅੱਖ ਜਿਹੜੀ ਆ ਉਹ ਨਮ ਆ। ਦੀਪ ਸਿੱਧੂ ਜੋ ਆਪਣਾ ਐਸ਼ੋ ਆਰਾਮ ਛੱਡ ਕੇ ਪੰਜਾਬ ਦੀ ਖਾਤਰ ਆਇਆ, ਅੱਜ ਦਿੱਲੀ ਤੋਂ ਇਸ ਐਂਬੂਲੈਂਸ ਦੇ ਵਿੱਚ ਉਸ ਦੀ ਲਾਸ਼ ਆਉਂਦੀ ਆ। ਦੀਪ ਸਿੱਧੂ ਸਾਡੇ ਵਿੱਚੋਂ ਹਮੇਸ਼ਾ ਜਿਹੜਾ ਉਹ ਵਿਛੋੜਾ ਪਾ ਚੁੱਕਿਆ। ਇਹ ਉਹ ਘਰ ਹੈ ਜਿੱਥੋਂ ਦੀਪ ਸਿੱਧੂ ਨੇ ਆਪਣੀ ਆਖਰੀ ਅੰਤਿਮ ਯਾਤਰਾ ਜਿਹੜੀ ਆ ਉਹ ਕੀਤੀ ਆ। ਦੀਪ ਸਿੱਧੂ ਲੁਧਿਆਣੇ ਦੇ ਅਸੀਂ
ਤਰੀਕੇ ਦੇ ਵਿੱਚ ਖੜੇ ਆ, ਘੁੰਮਣ ਕਲੋਨੀ ਆ। ਇੱਥੋਂ ਦੀਪ ਸਿੱਧੂ ਅੰਤਿਮ ਰਸਮਾਂ ਦੇ ਨਾਲ ਸ਼ਮਸ਼ਾਨ ਘਾਟ ਨੂੰ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾਂਦਾ। ਪਰਿਵਾਰ ਦੇ ਲਈ, ਦੀਪ ਸਿੱਧੂ ਦੇ ਕਰੀਬੀਆਂ ਲਈ, ਜਾਂ ਮੈਂ ਕਹਾਂ ਕਿ ਹਰ ਇੱਕ ਉਸ ਮੈਂਬਰ ਦੇ ਲਈ ਜਿਹੜਾ ਦੀਪ ਸਿੱਧੂ ਦੀ ਸੋਚ ਨੂੰ, ਦੀਪ ਸਿੱਧੂ ਨੂੰ ਮੁਹੱਬਤ ਕਰਦਾ, ਉਹਦੇ ਲਈ ਅਸਹਿਣ ਵਾਲੇ ਜਿਹੜੇ ਇਹ ਪਲ ਨੇ, ਇਹ ਉਹ ਘੜੀ ਆ ਜਿਹੜੀ ਸਭ ਤੋਂ ਔਖੀ ਆ, ਸਭ ਤੋਂ ਮੁਸ਼ਕਿਲ ਦੇ ਨਾਲ ਇਸ ਸਮੇਂ ਨੂੰ ਲੰਘਾਉਣਾ। ਸੋ ਜੈਕਾਰਿਆਂ ਦੀ ਗੂੰਜ ਦੇ ਨਾਲ ਦੀਪ ਸਿੱਧੂ ਦੀ ਅੰਤਿਮ ਵਿਦਾਇਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਨੌਜਵਾਨ ਲਗਾਤਾਰ ਜਿਹੜੇ ਆ ਉਹ ਨਾਅਰੇ ਲਾ ਰਹੇ ਨੇ ਖਾਲਸੇ ਦੇ, ਖਾਲਿਸਤਾਨ ਦੇ। ਇਹ ਉਹ ਵੇਲਾ ਜਿਸ ਵੇਲੇ ਹਰ ਇੱਕ ਸ਼ਖਸ ਜਿਹੜਾ ਦੀਪ ਸਿੱਧੂ ਦੀ ਇਸ ਅੰਤਿਮ ਯਾਤਰਾ ਦੇ ਵਿੱਚ ਆ ਉਹ ਭਾਵੁਕ ਹੋਇਆ। ਤਸਵੀਰਾਂ ਇਸ ਵੇਲੇ ਸ਼ਮਸ਼ਾਨ ਘਾਟ ਤੋਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਨੇ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ ਕਿ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਇਕੱਠ ਆ ਉਹ ਇਸ ਪੂਰੇ ਇਲਾਕੇ ਦੇ ਵਿੱਚ ਹੋਇਆ। ਸੰਗਤ ਜਿਹੜੀ ਆ ਉਹ ਪਹੁੰਚ ਰਹੀ ਆ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਸੰਸਕਾਰ ਦੇ ਲਈ ਜਿਹੜਾ ਉਹ ਸ਼ਮਸ਼ਾਨ ਘਾਟ ਲਿਆਂਦਾ ਜਾ ਰਿਹਾ। ਜੈਕਾਰਿਆਂ ਦੀ ਗੂੰਜ ਅੱਜ ਸਵੇਰ ਤੋਂ ਇਸ ਪੂਰੇ ਇਲਾਕੇ ਦੇ ਵਿੱਚ। ਦੀਪ ਸਿੱਧੂ ਜ਼ਿੰਦਾਬਾਦ, ਦੀਪ ਸਿੱਧੂ ਅਮਰ ਰਹੇ, ਸਤਨਾਮ ਵਾਹਿਗੁਰੂ ਦੇ ਜਾਪ ਹੋ ਰਹੇ ਨੇ। ਭਾਈ ਜੀ ਬਚਾ ਕੇ ਧੱਕਾ ਨਾ ਮਾਰਿਓ ਬਈ ਯਾਰ। ਅੱਛਾ, ਪਰ ਨਹੀਂ ਇੱਥੇ ਗਰਦਨ ਹੋ ਜਾਊਗੀ, ਥੱਕ ਜਾਊਗੀ ਯਾਰ। ਪਲੀਜ਼ ਥੋੜਾ ਜਿਹਾ ਰਸਤਾ ਦਿਓ ਭਾਈ, ਬੇਨਤੀ ਬੜੇ ਭਾਈ ਜੀ। ਭਾਈ ਇੱਕ ਰੱਖਣਾ ਉਹਦਾ ਆਉਣ ਵਾਲੇ ਆ। ਹੈਲੋ ਭਾਈ, ਹੈਲੋ ਜ਼ਿੰਦਾਬਾਦ। ਧੱਕਾ ਨਹੀਂ ਵੱਜਣਾ ਚਾਹੀਦਾ ਕਿ ਇਹਨੂੰ। ਭਾਈ ਭਾਈ ਵੀਰੇ ਬੈਠਾ ਸੀ, ਬੈਠਾ ਵੀਰੇ ਭਾਈ ਭਾਈ ਜੇ ਮੂਰੇ ਬੈਠੋਗੇ ਫਿਰ ਮੰਗਦੇ ਭਾਈ ਜੇ ਮੂਰੇ ਬੈਠੋਗੇ ਇਸ ਵੇਲੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼ਮਸ਼ਾਨ ਘਾਟ ਤੋਂ। ਇਕੱਠ ਜਿਸ ਦਾ ਕੋਈ ਹਿਸਾਬ ਨਹੀਂ, ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਲੰਮਾ ਪੈਂਡਾ। ਪਰ ਇਸ ਪੈਂਡੇ ਦੇ ਵਿੱਚ ਜਿੱਥੇ ਵੀ ਨਜ਼ਰ ਪੈਂਦੀ ਆ ਤਾਂ ਸੰਗਤ ਹੀ ਸੰਗਤ ਜਿਹੜੀ ਆ ਉਹ ਨਜ਼ਰ ਆਉਂਦੀ ਆ। ਛੱਤਾਂ ਦੇ ਉੱਤੇ, ਦਰਖਤਾਂ ਦੇ ਉੱਤੇ ਕੋਈ ਥਾਂ ਨਹੀਂ ਜਿੱਥੇ ਦੀਪ ਨੂੰ ਮੁਹੱਬਤ ਕਰਨ ਵਾਲੇ ਮੌਜੂਦ ਨਾ ਹੋਣ। ਆਖਰੀ ਝਲਕ ਆਇਆ ਗਿਆ
ਉਸ ਯੋਧੇ ਦੇ, ਉਸ ਨੌਜਵਾਨ ਦੇ, ਜਿਹਨੂੰ ਵਿਦਾਈ ਦੇਣ ਦੇ ਲਈ, ਆਖਰੀ ਵਿਦਾਈ ਦੇਣ ਦੇ ਲਈ ਸੰਗਤ ਜਿਹੜੀ ਆ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈ ਆ। ਲਗਾਤਾਰ ਸੇਵਾਦਾਰਾਂ ਵੱਲੋਂ ਜਿਹੜਾ ਆ ਉਹ ਡਿਸਪਲਿਨ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ, ਸੰਗਤ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਬਹੁਤ ਵੱਡਾ ਵਿਸ਼ਾਲ ਇਕੱਠ ਹੈ। ਲਗਾਤਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ ਸਭ ਆਪੋ ਆਪਣੀ ਸੇਵਾ ਨਿਭਾ ਰਹੇ ਨੇ, ਆਪੋ ਆਪਣੀ ਡਿਊਟੀ ਨਿਭਾ ਰਹੇ ਨੇ ਸਾਰੇ ਸਭ ਲੋਕ। ਸੋ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਬੈਠੇ ਹੋ, ਬੇਨਤੀ ਇਹੀ ਆ ਕਿ ਜਿਸ ਤਰ੍ਹਾਂ ਬੈਠੇ ਹੋ ਉਸੇ ਤਰੀਕੇ ਜਿਹੜਾ ਆ ਬੈਠ ਕੇ ਸੋ ਦੀਪ ਸਿੱਧੂ ਅੰਤਿਮ ਯਾਤਰਾ, ਦੀਪ ਸਿੱਧੂ ਨੂੰ ਲੈ ਕੇ ਸੰਗਤ ਜਿਹੜੀ ਆ ਉਹ ਸ਼ਮਸ਼ਾਨ ਘਾਟ ਪਹੁੰਚ ਰਹੀ ਆ। ਲਗਾਤਾਰ ਜੈਕਾਰਿਆਂ ਦੇ ਨਾਲ, ਨਾਅਰਿਆਂ ਦੇ ਨਾਲ, ਦੀਪ ਸਿੱਧੂ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ ਅਗਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸਭ ਤੋਂ ਵੱਡੀ ਗੱਲ ਕਿ ਸੇਵਾਦਾਰ ਸੰਗਤ ਵੱਲੋਂ ਜਾਬਤਾ ਬਣਾਉਣ ਦੀ ਅਪੀਲ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ, ਕਿਉਂਕਿ ਬੇਸ਼ੁਮਾਰ ਇਕੱਠ ਹੈ ਜਿਹੜਾ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਇੱਥੇ ਪਹੁੰਚੀ ਹੋਈ ਆ। ਉਹ ਸੂਰਮਾ, ਉਹ ਯੋਧਾ ਦੀਪ ਸਿੱਧੂ ਅੱਜ ਨਹੀਂ ਰਿਹਾ। ਉਸ ਦੀਆਂ ਯਾਦਾਂ ਨੂੰ ਨਾਲ ਲੈ ਕੇ ਹੁਣ ਜਿਉਣਾ ਸੋ ਦਰਸ਼ਨ ਤੁਸੀਂ ਕਰੋ ਦੀਪ ਸਿੱਧੂ, ਜਿਸ ਗੱਡੀ ਦੇ ਵਿੱਚ ਦੀਪ ਸਿੱਧੂ ਨੂੰ ਲੈ ਕੇ ਆਇਆ ਜਾ ਰਿਹਾ, ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਲੈ ਕੇ ਆਇਆ ਜਾ ਰਿਹਾ, ਉਹ ਗੱਡੀ ਜਿਹੜੀ ਆ ਇਸ ਵੇਲੇ ਸ਼ਮਸ਼ਾਨ ਘਾਟ ਪਹੁੰਚ ਚੁੱਕੀ ਆ। ਸੋ ਲਗਾਤਾਰ ਜੈਕਾਰਿਆਂ ਦੇ ਨਾਲ ਇਸ ਥਾਂ ਦੇ ਉੱਤੇ ਦੀਪ ਸਿੱਧੂ ਦੇ ਦਰਸ਼ਨਾਂ ਦੇ ਲਈ ਸੰਗਤਾਂ ਦੇ ਵਿੱਚ ਬਹੁਤ ਉਤਸੁਕਤਾ, ਬਹੁਤ ਬੇਸਬਰੀ ਆ। ਇਸ ਮੌਕੇ ਦੇ ਉੱਤੇ ਡਿਸਪਲਿਨ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇਕੱਤਰ ਹੋ ਚੁੱਕੇ ਨੇ। ਗਗਨ ਮੈਂ ਤਾਂ ਨਾ ਪਰੇ ਹੁੰਦਾ, ਇੱਧਰ ਦੇਖੋ
देखियो अच्छा निकलिए।